ਤੇ ਮੈਨੂੰ ਇੱਕ ਦਿਨ ਕਿਸੇ ਦਾ ਫੋਨ ਆਇਆ ਪੀਐਮਓ ਚੋਂ ਰਿਟਾਇਰ ਹੋਇਆ। ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਉਹ ਮੈਨੂੰ ਇਹ ਵੀ ਕਹਿੰਦਾ ਹੈ ਵੀ ਇਹਨਾਂ ਨੇ ਬੰਗਾਲ ਵਿੱਚ 134 ਸੀਟਾਂ ਤੇ ਈਵੀਐਮ ਸੈੱਟ ਕੀਤੀ ਹੋਈ ਹੈ ਤੇ ਬੜੀਆਂ ਟੈਕਨੀਕਲੀ ਸੋਚ ਸਮਝ ਕੇ ਸੈੱਟ ਕਰਦੇ ਨੇ, ਐਵੇਂ ਨਹੀਂ ਹੁੰਦਾ। ਬਤੌਰ ਸਿੱਖ ਮੈਨੂੰ ਲੱਗਦਾ ਵੀ ਇਹ ਪਾਰਟੀ ਦੇਸ਼ ਦੇ ਹਿੱਤ 'ਚ ਨਹੀਂ। ਈਵੀਐਮ ਦੇ ਖਿਲਾਫ ਲੋਕਾਂ ਨੂੰ ਲੜਾਈ ਲੜਨੀ ਪਊ। ਜੇ ਤੁਸੀਂ ਸਾਡੇ ਕੋਲੋਂ ਜ਼ਮੀਨ ਖੋਹ ਗਏ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪਲਾਨ ਕਰਦੇ ਹੋ ਤਾਂ ਜਿਹਦੇ ਕੋਲ 2 ਕਿੱਲੇ ਆ ਉਹ ਵੀ, ਜਿਹਦੇ ਕੋਲ 20 ਕਿੱਲੇ ਆ ਉਹ ਵੀ, ਹਰੇਕ ਦੇ ਮੋਢੇ ਤੇ ਗੰਡਾਸਾ ਹੋਊ। ਮੇਜ਼ ਤੇ ਹੱਥ ਮਾਰ ਕੇ 3 ਵਾਰੀ ਕਿਹਾ ਐਮਐਸਪੀ ਗਈ, ਐਮਐਸਪੀ ਗਈ, ਐਮਐਸਪੀ ਗਈ। ਭੁੰਦੜ ਸਾਹਿਬ ਬੈਠੇ ਕਹਿੰਦੇ ਨੇ, ਮਾਈਕ ਫੜ ਲਿਆ ਉਹਨਾਂ ਹੱਥ ਚੋਂ, ਹਾਲੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ। ਮੈਨੂੰ ਬੇਂਡੀ ਲਾਓ, ਇਹ ਬਹੁਤ ਵੱਡਾ ਮਸਲਾ ਹੈ, ਮੈਂ ਮੂਹਰੇ ਹੋ ਕੇ ਲੜੂੰ। ਭੁੰਦੜ ਸਾਹਿਬ ਦੀ ਸ਼ਕਲ ਹੀ ਨਹੀਂ ਦੇਖੀ, ਉਹ ਤੋਂ ਬਾਅਦ ਇੱਕ ਵਾਰੀ ਉਹਨਾਂ ਦੀ ਸ਼ਕਲ ਨਹੀਂ ਦੇਖੀ। ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਤੋਂ ਕਦੇ ਪਾਣੀ ਵੀ ਪੀਤਾ ਹੋਵੇ। ਮੈਂ ਨਾਲ ਜਾਏਗਾ ਉਹਦਾ ਖਰਚਾ ਮੈਂ ਕੀਤਾ ਹੋ। ਮੈਨੂੰ ਪਰਸਨਲੀ ਮਹਿਸੂਸ ਹੁੰਦਾ ਹੈ ਵੀ ਇੱਦਾਂ ਦੀ ਪਾਰਟੀ ਦਾ ਰਾਜ ਨਹੀਂ ਹੋਣਾ ਚਾਹੀਦਾ। ਇਸ ਦੇਸ਼ ਵਿੱਚ ਹਰ ਧਰਮ ਦੇ ਲੋਕ ਵਸਦੇ ਨੇ, ਹਰੇਕ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਉਹਦੇ ਧਰਮ 'ਤੇ ਅਟੈਕ ਕਿਉਂ ਹੋਵੇ? ਇਹ ਤੈਨੂੰ ਪਤਾ ਕਿਹੋ ਜਿਹਾ ਰਸਤਾ ਹੈ, ਲੋਕੀ ਗਾਲਾਂ ਕੱਢਦੇ ਹੁੰਦੇ ਆ। ਮੈਂ ਸੁਣੀ ਗਿਆ, ਕੁਛ ਨਹੀਂ ਬੋਲਿਆ। ਜੇ ਝੂਠ ਕਹਿੰਦੇ, ਗਲਤ ਪ੍ਰਚਾਰ ਹੁੰਦਾ ਤਾਂ ਪਰਵਾਹ ਨਾ ਕਰੋ। ਹਾਥੀ ਤੁਰੇ ਜਾਂਦੇ ਹੁੰਦੇ ਨੇ ਤੇ ਉਹ ਮਸਤ ਹੋ ਕੇ ਤੁਰਿਆ ਰਹਿੰਦਾ ਚਾਤੂ ਹਾਥੀ, ਕੁੱਤੇ ਭੌਂਕਦੇ ਹੁੰਦੇ ਨੇ। ਮੈਂ ਜਿਹੜਾ ਗੇਟ ਸੀ ਉਹਨੂੰ ਕੁੰਡੀ ਲਾ ਕੇ ਉੱਚੀ ਆਵਾਜ਼ 'ਚ ਕਿਹਾ, ਮਿਸਟਰ ਚੇਅਰਮੈਨ ਮੇਰੇ ਵੱਲ ਧਿਆਨ ਦਿਓ। ਮੈਂ ਕਿਹਾ ਤੁਸੀਂ ਸਾਡੀ ਗੱਲ ਸੁਣਨਾ ਨਹੀਂ ਚਾਹੁੰਦੇ, ਜਿਹੜਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਉਹਦੇ ਉਲਟ ਇੱਕ ਮੈਸੇਜ ਦੇਣਾ ਚਾਹੁੰਦੇ। ਮੈਂ ਆਪਣੇ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਤੁਸੀਂ ਕੀ ਕਰਦੇ ਹੋ ਅਤੇ ਸਾਨੂੰ ਇੱਥੇ ਬਿਠਾ ਕੇ ਹਾਜ਼ਰੀ ਲਵਾ ਕੇ ਲੋਕਾਂ ਨੂੰ ਕਿਵੇਂ ਲੁੱਟਣਾ ਚਾਹੁੰਦੇ ਹੋ। ਤੁਸੀਂ 100 ਬੰਦਾ ਹੈ, ਤੁਸੀਂ ਕੁੱਟ ਕੇ ਭਾਵੇਂ ਨਿਕਲ ਜਾਓ, ਇੱਕ ਸੀਨ ਕ੍ਰੀਏਟ ਕਰੂੰਗਾ। ਜਿੱਥੇ ਦਿੱਲੀ ਦੇ ਵਿੱਚ ਕਿਸਾਨ ਬੈਠੇ ਨੇ, ਉੱਥੇ ਹੀ ਜਿਹੜੇ ਕਿਸਾਨ ਆਗੂ ਨੇ ਭਾਰਤ ਦੇ ਵੱਖੋ ਵੱਖਰੇ ਰਾਜਾਂ ਦੇ ਵਿੱਚ ਜਾ ਰਹੇ ਨੇ। ਚਾਹੇ ਗੱਲ ਪੱਛਮੀ ਬੰਗਾਲ ਦੀ ਕਰ ਲਈਏ, ਚਾਹੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਜਿੱਥੇ ਵੀ ਮਹਾਪੰਚਾਇਤਾਂ ਕਿਸਾਨ ਰੈਲੀਆਂ ਹੋ ਰਹੀਆਂ ਨੇ, ਉੱਥੇ ਜਾ ਕੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਨੇ। ਆਪਣੇ ਨਾਲ ਲੋਕਾਂ ਨੂੰ ਲਾਮਬੰਦ ਕਰਨ ਦਾ ਜਿਹੜਾ ਕੰਮ ਉਹ ਕਰ ਰਹੇ ਨੇ। ਤੇ ਅੱਜ ਬਲਬੀਰ ਸਿੰਘ ਰਾਜੇਵਾਲ ਜੀ, ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਆਏ ਸੀ। ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਮੁਕੱਦਸ ਧਰਤੀ ਦੇ ਉੱਤੇ ਆਏ ਨੇ, ਇੱਥੇ ਨਤਮਸਤਕ ਹੋਏ ਨੇ। ਉਸ ਤੋਂ ਬਾਅਦ ਲੰਗਰ ਛਕ ਕੇ ਇੱਥੇ ਆਏ ਨੇ ਤੇ ਉਹਨਾਂ ਦਾ ਪਰਿਵਾਰ ਵੀ ਮੇਰੇ ਨਾਲ ਹੈ। ਤੇ ਪਰਿਵਾਰ ਨਾਲ ਹੈ ਕਿਉਂਕਿ ਮੈਂ ਜਿਸ ਤਰੀਕੇ ਨਾਲ ਪਹਿਲਾਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ, ਪਰਿਵਾਰ ਨਾਲ ਵੀ ਗੱਲਬਾਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਘਰ ਨਹੀਂ ਜਾਂਦੇ, ਜਦੋਂ ਸਾਨੂੰ ਮਿਲਣਾ ਹੁੰਦਾ ਤਾਂ ਕਿਤੇ ਬਾਹਰ ਮਿਲ ਲੈਂਦੇ ਹਾਂ, ਜਿੱਥੇ ਕਿਸਾਨ ਰੈਲੀਆਂ ਹੁੰਦੀਆਂ ਨੇ ਉੱਥੇ ਜਾ ਕੇ ਮਿਲਾਉਂਦੇ ਹਾਂ, ਪਰ ਘਰ ਨਹੀਂ ਆਉਂਦੇ। ਅੱਜ ਇਹੀ ਗੱਲ ਪੁੱਛਣੀ ਹੈ। 3 ਬੈਠੇ ਨੇ, ਰਾਜੇਵਾਲ ਸਾਹਿਬ ਬੈਠੇ ਨੇ, ਉਹਨਾਂ ਦੇ ਬੇਟੇ ਤਜਿੰਦਰ ਜੀ ਨੇ, ਉਹਨਾਂ ਦੇ ਪੋਤੇ ਗੁਰਤੇਜ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਖਿਰ ਕਿੰਨਾ ਕੁ ਮੋਹ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਦਿੱਲੀ ਵਿੱਚ ਬੈਠੇ ਨੇ, ਆਪਣੇ ਪੁੱਤ ਪੋਤਿਆਂ ਨੂੰ ਯਾਦ ਕਰਦੇ ਹੋਣਗੇ, ਆਪਣੇ ਬੱਚਿਆਂ ਨੂੰ ਯਾਦ ਕਰਦੇ ਹੋਣਗੇ। ਤੇ ਉਹੋ ਜਿਹੀ ਇੱਕ ਅੱਜ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਜੀ, ਬਹੁਤ ਬਹੁਤ। ਆਪਾਂ ਘਰ ਜਾ ਕੇ ਆਏ ਸੀਗੇ ਤੇ ਘਰ 'ਚੋਂ ਬੜੀਆਂ ਤੁਹਾਡੀਆਂ ਸ਼ਿਕਾਇਤਾਂ ਵੀ ਮਿਲੀਆਂ ਨੇ ਤੇ ਬੜਾ ਜ਼ਿਆਦਾ ਘਰਦਿਆਂ ਨੇ ਯਾਦ ਵੀ ਕੀਤਾ। ਤੇ ਗੁਰਤੇਜ ਜੀ, ਜੇ ਮੈਂ ਗੱਲ ਕਰਾਂ ਤਾਂ ਗੁਰਤੇਜ ਨੇ ਕਿਹਾ ਸੀਗਾ ਕਿ ਮੇਰਾ ਤਾਂ ਯਾਰਾਂ ਵਾਲਾ ਕੰਮ ਹੈ ਬਾਪੂ ਜੀ ਨਾਲ। ਤੇ ਕਿੰਨਾ ਕੁ ਯਾਦ ਕਰਦੇ ਹੋ ਆਪਣੇ ਯਾਰ ਨੂੰ? ਨਹੀਂ, ਇਹ ਤਾਂ ਹੁੰਦਾ ਕੁਦਰਤੀ ਹੈ, ਮੂਲ ਨੂੰ ਪਿਆਜ ਪਿਆਰਾ ਅਤੇ ਪੋਤੇ ਤਾਂ ਜ਼ਿਆਦਾ ਪਿਆਰੇ ਹੁੰਦੇ ਹੀ ਨੇ, ਕੁਦਰਤੀ ਹਰੇਕ ਨੂੰ ਹੁੰਦੇ ਆ। ਅਤੇ ਪਰ ਇੱਦਾਂ ਨਹੀਂ ਹੈ ਗੱਲ। ਇਹ ਮੇਰੇ ਕੋਲ ਉੱਥੇ ਚਲੇ ਜਾਂਦੇ ਨੇ, ਮੋਰਚੇ 'ਤੇ ਜਾ ਕੇ ਬੈਠਦੇ ਨੇ, ਉੱਥੇ ਵੀ ਹਾਜ਼ਰੀ ਲਾ ਕੇ ਆਉਂਦੇ ਨੇ। ਇਹ ਨਹੀਂ ਵੀ ਹਾਜ਼ਰੀ ਲਾ ਕੇ ਭੱਜਦੇ ਨੇ, ਉੱਥੇ 2-2 4-4 ਦਿਨ ਰਹਿੰਦੇ ਵੀ ਨੇ। ਤੋ ਕੁਦਰਤੀ ਹੈ, ਪਰਿਵਾਰ ਵਿੱਚ ਜਦ ਇੱਕ ਮਾਹੌਲ ਬਣਿਆ ਹੋਵੇ ਉਸ ਮਾਹੌਲ 'ਚ ਹਰੇਕ ਰੰਗਿਆ ਜਾਂਦਾ ਹੈ। ਅੱਜ ਵੀ ਕਿਹਾ ਬਾਪੂ ਜੀ ਨੂੰ ਕਿ ਬਾਪੂ ਜੀ ਘਰ ਚੱਲੋ? ਨਹੀਂ, ਅੱਜ ਨਹੀਂ ਕਿਹਾ, ਹੁਣ ਕਹਿਣਾ ਬੰਦ ਕਰਤਾ। ਹੁਣ ਪਤਾ ਲੱਗ ਗਿਆ ਵੀ ਇਹਨਾਂ ਨੇ ਆਉਣਾ ਨਹੀਂ। ਹੁਣ ਤਾਂ ਇਹੀ ਕਹੀਦਾ ਵੀ ਡਟੇ ਰਹੋ ਉੱਥੇ, ਵਧੀਆ ਲੱਗੇ ਰਹੋ ਕੰਮ ਨਾਲ। ਹਾਂਜੀ ਬਾਪੂ ਜੀ ਮੰਨਦੇ ਕਿਉਂ ਨਹੀਂ ਪੋਤੇ ਦੀ ਫਿਰ? ਨਹੀਂ, ਅਸਲ 'ਚ ਐਵੇਂ ਇੱਕ ਗੱਲ ਸ਼ੁਰੂ ਤੇ ਮਨ 'ਚ ਵਸ ਗਈ ਵੀ ਇੱਕ ਮਿਸ਼ਨ ਸ਼ੁਰੂ ਕੀਤਾ ਹੈ, ਉਹ ਸਿਰੇ ਲੱਗ ਜਾਏ, ਕਰ ਜਾਓ। ਕੁਦਰਤੀ ਹੈ ਤੁਹਾਨੂੰ ਫਿਰ ਜਿਹੜੇ ਬਾਕੀ ਦੁਨੀਆਵੀ ਰੁਝੇਵੇਂ ਨੇ ਉਹ ਕੋਈ ਨਾ ਕੋਈ ਗੱਲ ਪੈ ਜਾਂਦਾ ਹੈ। ਅਤੇ ਜਦੋਂ ਉਹ ਗੱਲ ਪੈ ਗਿਆ ਫਿਰ ਤੁਸੀਂ ਕੰਸਨਟਰੇਸ਼ਨ ਇੱਧਰੋਂ ਘੱਟ ਜਾਏਗੀ। ਨਹੀਂ ਗਏ ਹੁਣ ਤੁਸੀਂ। ਇਹਨਾਂ ਦਾ ਇੱਕ ਹੋਰ ਸ਼ਿਕਾਇਤ ਸੀਗੀ ਕਿ ਜਦੋਂ ਅਸੀਂ ਦਿੱਲੀ ਜਾਂਦੇ ਹਾਂ ਕਈ ਵਾਰੀ ਸਾਨੂੰ ਵੀ ਕਹਿ ਦਿੰਦੇ ਆ ਵੀ ਚਲੋ ਬਾਈ ਹੁਣ ਮੈਂ ਪੜ੍ਹਨਾ ਹੈਗਾ, ਮੈਨੂੰ ਆਪਣੇ ਕੰਮ ਵੱਲ ਧਿਆਨ ਕਰਨ ਦਿਓ। ਤੇ ਕੀ ਇਹੋ ਜਿਹਾ ਕੀ ਹੈ ਰਾਜੇਵਾਲ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪਣਾ ਜਿਹੜਾ ਤੁਸੀਂ ਕਹਿੰਦੇ ਹੋ ਧਿਆਨ ਕੇਂਦਰਿਤ ਕਰਨ ਦੀ ਗੱਲਬਾਤ ਤੁਸੀਂ ਵਾਰ-ਵਾਰ ਕਰਦੇ ਹੋ, ਕਿੱਦਾਂ ਕਰਦੇ ਹੋ ਧਿਆਨ ਕੇਂਦਰਿਤ? ਕਿਉਂਕਿ ਇੱਕ ਪਾਸੇ ਤਾਂ ਸਰਕਾਰਾਂ ਨਾਲ ਮੱਥਾ ਲੱਗਿਆ ਹੋਇਆ, ਦੂਜੇ ਪਾਸੇ ਆਪਣਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਵੀ ਕਾਇਮ ਰੱਖਣਾ ਹੁੰਦਾ। ਕਿੱਦਾਂ ਹੁੰਦਾ ਸਾਰਾ ਕੁਝ ਮੈਨੇਜ?
ਦੇਖੋ ਮੇਰਾ ਇੱਕ ਰੂਟੀਨ ਹੈ, ਵਾਹਿਗੁਰੂ ਦੀ ਮਿਹਰ ਹੈ। ਸਵੇਰੇ ਉੱਠ ਕੇ ਤਿਆਰ ਹੋ ਕੇ ਨਹਾ ਧੋ ਕੇ ਪਾਠ ਕਰਨਾ ਪੰਜਾਂ ਬਾਣੀਆਂ ਦਾ, ਉਹ ਤੋਂ ਬਾਅਦ ਫਿਰ ਆਪਣਾ ਕੰਮਕਾਰ ਸ਼ੁਰੂ ਕਰਨਾ। ਔਰ ਰਾਤ ਨੂੰ ਮੇਰਾ ਇੱਕ ਅੱਜ ਦਾ ਨਹੀਂ, ਸ਼ੁਰੂ ਤੋਂ ਰੂਟੀਨ ਹੈ, ਮੈਂ 1.5-2 ਘੰਟੇ ਕੁਛ ਨਾ ਕੁਛ ਪੜ੍ਹਦਾ। ਅਤੇ ਹੁਣ ਅੱਜ ਕੱਲ੍ਹ ਉੱਥੇ ਕਿਉਂਕਿ ਮੋਰਚੇ 'ਚ ਜਿਹੜੇ ਐਕਟ ਨੇ ਉਹਨਾਂ ਦੇ ਸੰਬੰਧ ਜਿੰਨਾ ਮਟੀਰੀਅਲ ਮਿਲੀ ਜਾਂਦਾ। ਇੱਕ ਇਹ ਵੀ ਹੈ ਵੀ ਜੇ ਤੁਸੀਂ ਕੋਈ ਕੰਮ ਕਰਦੇ ਹੋ ਨਾ, ਉਸ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਮਿਲਣ ਲੱਗ ਪੈਂਦਾ। ਅਤੇ ਇਹ ਐਕਟ ਜਿੱਦਾਂ ਦੇ ਨੇ, ਇੱਦਾਂ ਦੇ ਲਿਖੇ ਹੋਏ ਲੋਕਾਂ ਦੇ ਬਹੁਤ ਸਾਰੇ ਆਰਟੀਕਲ, ਬਹੁਤ ਸਾਰੇ ਐਕਟ ਦੇ ਉੱਤੇ ਲੋਕਾਂ ਦੇ ਕਮੈਂਟਸ ਉਹ ਮਿਲ ਜਾਂਦੇ ਨੇ। ਫਿਰ ਉਹ ਪੜ੍ਹੀ ਦਾ ਆਪਣੇ ਆਪ ਨੂੰ ਅਪਡੇਟ ਰੱਖਣ ਵਾਸਤੇ ਇਹ ਜ਼ਰੂਰੀ ਹੁੰਦਾ। ਤੋ ਇੱਕ ਸਾਡੀ ਇਹ ਵੀ ਤਰਾਸਦੀ ਹੈ ਵੀ ਕੰਮ ਬਹੁਤ ਕਰਦੀ ਹੈ ਲੀਡਰਸ਼ਿਪ ਸਾਰੀ, ਪੜ੍ਹਨ ਦੇ ਮਾਮਲੇ 'ਚ ਫਿਰ ਹੱਥ ਤੰਗ ਹੁੰਦਾ। ਤੋ ਮੈਂ ਆਪਣੀ ਇਹ ਰੂਟੀਨ ਨਹੀਂ ਛੱਡਿਆ, ਇਸ ਕਰਕੇ ਰਾਤ ਨੂੰ ਪੜ੍ਹਦਾ ਮੈਂ। ਉਸ ਵੇਲੇ ਮੈਂ ਕਿਸੇ ਦੀ ਕੋਈ ਸੁਣਦਾ ਨਹੀਂ, ਮੇਰੀ ਕੰਸੀਡਰੇਸ਼ਨ ਉਹੀ ਹੁੰਦੀ ਹੈ। ਰਾਜਪਾਲ ਸਾਹਿਬ, ਕਿਉਂਕਿ ਜਦੋਂ ਘਰ ਦੇ ਵਿੱਚ ਨੌਜਵਾਨ ਵੀ ਹੁੰਦੇ ਨੇ ਤਾਂ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਕੋਈ ਨਾ ਕੋਈ ਸਿੱਖਿਆ ਜਾਵੇ ਨੌਜਵਾਨੀ ਤੋਂ। ਅੱਜ ਕੱਲ੍ਹ ਜਿੱਦਾਂ ਨੌਜਵਾਨੀ ਟੈਕਨੋਲੋਜੀ ਦੇ ਬਹੁਤ ਨੇੜੇ ਆ, ਤਾਂ ਕਿੰਨਾ ਕੁਝ ਸਿੱਖਦੇ ਹੋ ਗੁਰਤੇਜ ਤੋਂ, ਇਹਨਾਂ ਦੀ ਗੱਲਾਂ ਤੋਂ, ਕਿਉਂਕਿ ਆਸਟ੍ਰੇਲੀਆ ਵੀ ਪੜ੍ਹ ਕੇ ਆਏ ਨੇ, ਤਾਂ ਕੀ ਕੁਝ ਇਹਨਾਂ ਤੋਂ ਸਿੱਖਣ ਨੂੰ ਮਿਲਦਾ? ਇੱਥੇ ਤਾਂ ਫਿਰ ਮੋਹ ਦੀ ਗੱਲ ਆ ਗਈ ਨਾ। ਸਿੱਖਣ ਨੂੰ ਮਿਲਦਾ ਤੁਹਾਨੂੰ ਬਾਹਰ, ਉਹ ਘਰ 'ਚੋਂ ਨਹੀਂ ਮਿਲਦਾ ਜਿਹੜਾ ਬਾਹਰ ਸਿੱਖਣ ਨੂੰ ਮਿਲੇਗਾ। ਘਰ ਵਿੱਚ ਤਾਂ ਮੋਹ ਜਾਲ 'ਚ ਮੈਂ ਗੁਰਤੇਜ ਨੂੰ ਪਿਆਰ ਕਰੀ ਜਾਊਏ, ਮੈਨੂੰ ਕੁਛ ਕਹਿ ਦਊ, ਮੈਨੂੰ ਕੋਈ ਮੈਂ ਗੱਲ ਫੋਲੋ ਕਰ ਲੂੰ, ਕੋਈ ਨਹੀਂ ਕਰੂੰ। ਬਾਹਰ ਜਿਹੜਾ ਕੁਛ ਮਿਲਦਾ ਉੱਥੇ ਕੋਈ ਕੂਹਣੀ ਮੋਢੇ ਵੀ ਹੁੰਦੇ ਨੇ, ਉਹਦੇ ਵਿੱਚੋਂ ਕੁਛ ਆਪਣੇ ਆਪ ਨੂੰ ਸੁਧਾਰਨਾ ਹੁੰਦਾ। ਕਈ ਵਾਰੀ ਤੁਸੀਂ ਗਲਤ ਹੋ ਤਾਂ ਲੋਕੀ ਮੂੰਹ 'ਤੇ ਕਹਿ ਦਿੰਦੇ ਨੇ, ਇਹਨਾਂ ਤਾਂ ਕਹਿਣਾ ਨਹੀਂ। ਇਸ ਕਰਕੇ ਬਾਹਰੋਂ ਜ਼ਿਆਦਾ ਸਿੱਖਣ ਨੂੰ ਮਿਲਦਾ ਘਰ ਨਾਲੋਂ। ਜਦੋਂ ਮੈਂ ਬੀਜੀ ਨਾਲ ਗੱਲ ਕਰ ਰਿਹਾ ਸੀ, ਬੀਜੀ ਕਹਿੰਦੇ ਵੀ ਸਾਡੀ ਨਹੀਂ ਸੁਣਦੇ ਉਹ, ਤੇ ਜਦੋਂ ਆਪਣੇ ਦਿਲ ਦੀ ਕਰਦੇ ਨੇ, ਜਦੋਂ ਘਰੇ ਹੁੰਦੇ ਨੇ ਤਾਂ ਉਦੋਂ ਵੀ ਪੜ੍ਹਨ ਵੱਲ ਧਿਆਨ ਹੁੰਦਾ ਕਿ ਸਾਡੀ ਨਹੀਂ ਸੁਣਦੇ। ਕੀ ਚੱਕਰ ਕੀ ਹੈ ਇਹ? ਨਹੀਂ, ਇੱਦਾਂ ਨਹੀਂ। ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰਾ ਇੱਕ ਰੂਟੀਨ ਹੈ, ਉਹ ਰੂਟੀਨ ਦੇ ਮੁਤਾਬਕ ਕੰਮ ਕਰਦਾ। ਹਾਂ, ਮੈਂ ਇੱਕ ਜ਼ਰੂਰ ਮਹਿਸੂਸ ਕਰਦਾ ਵੀ ਵਾਹਿਗੁਰੂ ਦੀ ਮੇਰੇ 'ਤੇ ਮਿਹਰ ਹੈ। ਅਤੇ ਮੈਂ ਜੇ ਇਸ ਜਥੇਬੰਦੀ 'ਚ ਕੰਮ ਕਰਦਾ, ਇਹ ਮੇਰਾ ਬੇਟਾ ਇਹ ਕਮਰਸ਼ੀਅਲ ਪਾਇਲਟ ਦਾ ਕੋਰਸ ਕੰਪਲੀਟ ਕਰਕੇ ਆਇਆ, ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕੀਤੀ। ਇਹ ਮੈਨੂੰ ਆ ਕੇ ਕਹਿੰਦਾ ਵੀ ਬਾਪੂ ਜੀ ਮੈਂ ਨੌਕਰੀ ਨਹੀਂ ਕਰਨੀ। ਅਤੇ ਮੈਂ ਇਹਨੂੰ ਥੋੜ੍ਹਾ ਜਿਹਾ ਤਾਂ ਮੈਨੂੰ ਮਹਿਸੂਸ ਹੋਇਆ ਵੀ ਇੰਨਾ ਮਹਿੰਗਾ ਕੋਰਸ ਕੀਤਾ, ਇੰਨੀਆਂ ਫੀਸਾਂ ਭਰੀਆਂ ਔਰ ਐਡੀ ਲੁਕਰੇਟਿਵ ਲਾਈਫ ਇਹ ਛੱਡਣ ਲੱਗਿਆ। ਅਤੇ ਮੈਂ ਇਹਨੂੰ ਕਿਹਾ ਫਿਰ ਮੇਰੇ ਕੋਲ ਤਾਂ ਹੋਰ ਕੁਛ ਹੈ ਨਹੀਂ, ਆ ਜਿਹੜਾ ਕੋਈ ਥੋੜ੍ਹਾ ਬਹੁਤਾ ਹੈਗਾ ਤੁਸੀਂ ਸਾਂਭ ਲਓ। ਮੈਂ ਤਾਂ ਸਾਰਾ ਕੁਝ ਤੁਹਾਡੀ ਪੜ੍ਹਾਈ 'ਤੇ ਲਾਤਾ। ਅਤੇ ਮੈਂ 2 ਸਾਲ ਇਹਦੇ 'ਤੇ ਨਿਗਾਹ ਰੱਖੀ। 2 ਸਾਲ ਤੋਂ ਬਾਅਦ ਜਿਵੇਂ ਇਹਨੇ ਕੰਮ ਸੰਭਾਲਿਆ, ਮੈਂ ਟੋਟਲੀ ਫਰੀ ਹੋ ਗਿਆ। ਮੈਨੂੰ ਹੁਣ ਇਹ ਨਹੀਂ ਪਤਾ ਇਹ ਕੀ ਕਰਦੇ ਨੇ ਕੀ ਨਹੀਂ ਕਰਦੇ। ਮੈਂ ਇਹਨਾਂ ਦੇ ਕੰਮ 'ਚ ਕਦੀ ਦਖਲ ਨਹੀਂ ਦਿੱਤਾ, ਨਾ ਮੈਂ ਇਹ ਬੋਝ ਚੱਕਣ ਨੂੰ ਹੁਣ ਤਿਆਰ ਹਾਂ। ਅਤੇ ਮੈਨੂੰ ਇਹ ਵੀ ਖੁਸ਼ੀ ਹੈ, ਜਿੱਦਾਂ ਚਲੋ ਹੁਣ ਤੁਸੀਂ ਸਵਾਲ ਐਸਾ ਕੀਤਾ ਜਿਹੜਾ ਮੂੰਹ 'ਤੇ ਨਹੀਂ ਕਹਿਣਾ ਚਾਹੀਦਾ। ਵਾਹਿਗੁਰੂ ਮਿਹਰ ਕਰੇ, ਮੈਨੂੰ ਇਹਨਾਂ ਨੇ ਕਦੇ ਨਹੀਂ ਪੁੱਛਿਆ ਤੁਸੀਂ ਆਹ ਖਰਚ ਕਿੱਥੇ ਕਰਿਆ ਹੈ। ਮੈਨੂੰ ਮੇਰੇ ਡਰਾਈਵਰ ਦੀ ਤਨਖਾਹ ਨਹੀਂ ਪਤਾ। ਮੈਨੂੰ ਆਪਣੇ ਆਪ ਇਹ ਗੱਡੀ 5 ਸਾਲ ਬਾਅਦ ਲੈ ਕੇ ਨਵੀਂ ਦੇ ਦਿੰਦੇ ਨੇ, ਬਾਪੂ ਜੀ ਅੱਜ ਗੱਡੀ ਕਢਾ ਦਿਓ, ਲੈ ਜਾਓ। ਇਹਦਾ ਹੋਰ ਤੁਸੀਂ ਲੈਣਾ ਕੀ ਹੈ? ਤੁਹਾਡੀ ਨਸ਼ਾ ਕੋਈ ਮੈਂ ਨਹੀਂ ਕੀਤਾ ਸਾਰੀ ਉਮਰ, ਕੋਈ ਹੋਰ ਐਬ ਮੈਨੂੰ ਨਹੀਂ। ਰੋਟੀਆਂ 2 ਦਾ ਹੈਗਾ ਸ਼ੌਕ, ਉਹ ਖਾਣੀਆਂ ਹੁੰਦੀਆਂ ਜਿਉਂਦੇ ਰਹਿਣ ਵਾਸਤੇ। ਮੈਨੂੰ ਮੇਰੇ ਪਰਿਵਾਰ ਵੱਲੋਂ ਕਦੇ ਕੋਈ ਪ੍ਰੈਸ਼ਰ ਨਹੀਂ। ਅਤੇ ਮੇਰੀ ਵਾਈਫ ਦਾ ਮੈਨੂੰ ਚਲੋ ਉਹਨੂੰ ਗੁੱਸੇ ਗਿਲੇ ਹੋਣਗੇ ਉਹਦੇ ਮਨ 'ਚ। ਅਤੇ ਮੈਂ ਕੱਲ੍ਹ ਵੀ ਕਿਸੇ ਨੇ ਪੁੱਛਿਆ ਮੈਨੂੰ, ਮੈਂ ਉਹਨੂੰ ਕਿਹਾ ਵੀ ਵਾਹਿਗੁਰੂ ਮਿਹਰ ਕਰੇ ਹਰੇਕ ਦੀ ਵਾਈਫ ਇਸ ਤਰ੍ਹਾਂ ਦੀ ਹੋਵੇ। ਉਹਨੇ ਕਦੇ ਮੇਰੇ ਕੋਲੋਂ ਕਦੇ ਕੋਈ ਡਿਮਾਂਡ ਨਹੀਂ ਕੀਤੀ ਅਤੇ ਹਮੇਸ਼ਾ ਮੇਰਾ ਹਰ ਕੰਮ ਵਿੱਚ ਸਾਥ ਦਿੱਤਾ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ, ਮੈਂ ਚੰਗੇ ਦਿਨ ਵੀ ਦੇਖਿਆ, ਮਾੜੇ ਦਿਨ ਵੀ ਦੇਖਿਆ, ਮੇਰੇ ਘਰੋਂ ਕੋਈ ਭੁੱਖਾ ਨਹੀਂ ਗਿਆ। ਮੈਨੂੰ ਇਹ ਨਹੀਂ ਕਦੀ ਉਲਾਂਭਾ ਮਿਲਿਆ ਵੀ ਫਲਾਂ ਬੰਦਾ ਗਿਆ ਸੀ ਕਿਸੇ ਨੇ ਪੁੱਛਿਆ ਨਹੀਂ। ਤਾਂ ਹੋਰ ਜ਼ਿੰਦਗੀ 'ਚ ਹੁੰਦਾ ਕੀ ਹੈ। ਇਸ ਕਰਕੇ ਬੜਾ ਸੈਟਿਸਫਾਈਡ ਹਾਂ ਮੈਂ ਲਾਈਫ ਤੋਂ, ਸੈਟਿਸਫਾਈਡ ਘਰੋਂ ਵੀ ਅਤੇ ਬਾਹਰ ਲੋਕਾਂ 'ਚੋਂ। ਮੈਂ ਇਹਦੇ ਵਿੱਚੋਂ ਕੁਛ ਕਦੇ ਗੇਨ ਲੱਭਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਆਪਣੀ ਲਾਈਫ 'ਚ ਜਿਹੜਾ ਕੰਮ ਕਰਦੇ ਹੋ ਉਹਦੇ ਮੇਰਾ ਇੱਕ ਅਸੂਲ ਹੈ ਸਾਰੀ ਜ਼ਿੰਦਗੀ ਦਾ। ਮੇਰੇ ਇੱਕ ਕਜ਼ਨ ਨੇ ਮੈਨੂੰ 2 ਗੱਲਾਂ ਸਮਝਾਈਆਂ ਸ਼ੁਰੂ 'ਚ ਜਦੋਂ ਮੈਂ ਇਸ ਪਾਸੇ ਤੁਰਿਆ। ਇਹ ਹੈਗੀ ਹੈ 1969 ਦੀ ਗੱਲ, 68-69 ਦੀ। ਅਤੇ ਉਦੋਂ ਅਸੀਂ ਆਪਣੇ ਪਿੰਡ ਸਕੂਲ ਦੀ ਬਿਲਡਿੰਗ ਬਣਾ ਰਹੇ ਸੀ, ਸਕੂਲ ਅਪਗ੍ਰੇਡ ਕਰਵਾਇਆ ਸੀ। ਅਤੇ ਉਹ ਆਰਮੀ 'ਚ ਸੀ ਉਸ ਵੇਲੇ, ਉਹ ਕੈਪਟਨ ਸੀ ਹਲਵਾਰੇ। ਮੈਂ ਗਿਆ ਰਾਤ ਨੂੰ, ਮੈਨੂੰ ਘੂਰੀ ਜਾਣ ਮੇਰੇ ਤੋਂ ਵੱਡੇ ਸੀ, ਅਤੇ ਤੂੰ ਕਿਹੜੇ ਰਾਹ ਤੁਰ ਪਿਆ, ਤੂੰ ਆਪਣੇ ਬੱਚਿਆਂ ਨੂੰ ਪੜ੍ਹਾ, ਇਹ ਤੈਨੂੰ ਪਤਾ ਕਿਹੋ ਜਿਹਾ ਰਸਤਾ ਹੈ, ਲੋਕੀ ਗਾਲਾਂ ਕੱਢਦੇ ਹੁੰਦੇ ਆ। ਮੈਂ ਸੁਣੀ ਗਿਆ, ਕੁਛ ਨਹੀਂ ਬੋਲਿਆ। ਸਵੇਰੇ ਉਹ 2 ਕੱਪ ਚਾਹ ਦੇ ਲਈ ਆਉਣ, ਮੈਨੂੰ ਕਹਿੰਦੇ ਮੈਨੂੰ ਪਤਾ ਹੁਣ ਤੂੰ ਹਟਣਾ ਤਾਂ ਹੈ ਨਹੀਂ, ਪਰ ਮੈਂ ਤੈਨੂੰ 2 ਗੱਲਾਂ ਦੱਸਣੀਆਂ, ਜੇ ਤੇਰਾ ਜੀ ਕਰੇ ਇਹਨਾਂ ਨੂੰ ਪੜ੍ਹਾ ਲਈ, ਜੀ ਕਰੇ ਛੱਡ ਦੀ। ਇੱਕ ਤਾਂ ਇਹ
ਵੀ ਪਬਲਿਕ ਲਾਈਫ 'ਚ ਲੋਕ ਕੰਮਾਂ ਨੂੰ ਆਉਂਦੇ ਨੇ। ਕੰਮ ਕਰਨ ਵੇਲੇ ਇਹ ਦੇਖਣਾ ਜੇ ਤੇਰੀ ਜੇਬ ਇਜਾਜ਼ਤ ਦਿੰਦੀ ਹੈ ਤਾਂ ਕੰਮ ਨੂੰ ਤੁਰਨਾ, ਕਿਸੇ ਦੀ ਜੇਬ ਵੱਲ ਦੇਖ ਕੇ ਨਹੀਂ ਤੁਰਨਾ। ਮੈਂ ਕਿਹਾ ਇਹਦਾ ਕੀ ਮਤਲਬ? ਉਹ ਕਹਿੰਦੇ ਵੀ ਜੇ 10 ਕੁ ਗੇੜੇ ਲੱਗ ਗਏ ਨਾ ਕੰਮ ਨੂੰ, ਅਗਲੇ ਦਾ ਕੁੰਡਾ ਕਰਤਾ ਕਿਰਾਇਆਂ 'ਚ, ਕਹਿੰਦਾ ਕੰਮ ਹੋਇਆ ਨਾ ਗਾਲਾਂ ਕੁੰਟਲ ਦੀਆਂ ਕੱਢਣਗੇ। ਮੈਂ ਇਹਦੇ 'ਤੇ ਬਹੁਤ ਪਹਿਰਾ ਦਿੱਤਾ। ਦੂਸਰੀ ਗੱਲ, ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਤੋਂ ਕਦੇ ਪਾਣੀ ਵੀ ਪੀਤਾ ਹੋਵੇ। ਮੈਂ ਨਾਲ ਜਾਏਗਾ ਉਹਦਾ ਖਰਚਾ ਮੈਂ ਕੀਤਾ ਹੋਊ, ਪਰ ਮੈਂ ਆਪਣਾ ਖਰਚਾ ਕਿਸੇ 'ਤੇ ਨਹੀਂ। ਦੂਸਰੀ ਗੱਲ ਇੱਕ ਇਹ ਵੀ ਰਹੀ ਵੀ ਮੈਨੂੰ ਉਹਨੇ ਕਿਹਾ ਵੀ ਸ਼ਾਮ ਨੂੰ ਸੌਣ ਤੋਂ ਪਹਿਲਾਂ 5 ਮਿੰਟ ਲਈ ਸੀ ਆਪਣੀ ਪੜਚੋਲ ਜ਼ਰੂਰ ਕਰਨੀ ਹੈ ਵੀ ਜੋ ਕੁਝ ਲੋਕ ਕਹਿੰਦੇ ਨੇ ਕਿੰਨੀ ਕੁ ਸੱਚ ਹੈ। ਜੇ ਸੱਚ ਹੈ ਸੁਧਾਰ ਕਰੋ, ਜੇ ਝੂਠ ਕਹਿੰਦੇ ਗਲਤ ਪ੍ਰਚਾਰ ਹੁੰਦਾ ਤਾਂ ਪਰਵਾਹ ਨਾ ਕਰੋ। ਹਾਥੀ ਤੁਰੇ ਜਾਂਦੇ ਹੁੰਦੇ ਨੇ ਅਤੇ ਉਹ ਮਸਤ ਹੋ ਕੇ ਤੁਰਿਆ ਰਹਿੰਦਾ ਹਾਥੀ, ਕੁੱਤੇ ਭੌਂਕਦੇ ਹੁੰਦੇ ਨੇ। ਤਾਂ ਮੈਂ ਇਹ 2 ਚੀਜ਼ਾਂ ਨੇ ਮੈਨੂੰ ਬਹੁਤ ਪੇ ਕੀਤਾ ਸਾਰੀ ਉਮਰ, ਇਹ ਮੈਂ ਅੱਜ ਤੱਕ ਇਹ ਅਡੋਪਟ ਕਰੀ ਰੱਖੀਆਂ, ਬੜਾ ਫਾਇਦਾ ਹੋਇਆ। ਤੇਜਿੰਦਰ ਨਾਲ ਗੱਲਬਾਤ ਕਰ ਲੈਂਦੇ ਹਾਂ। ਤੇਜਿੰਦਰ ਜੀ, ਤੁਹਾਨੂੰ ਪੁੱਛਣਾ ਚਾਹਾਂਗੇ ਕਿ ਪਾਇਲਟ ਸੀਗੇ, ਪਾਇਲਟ ਵੱਲ ਜਾਣਾ ਚਾਹੁੰਦੇ ਸੀਗੇ, ਪਰ ਉੱਥੋਂ ਇੱਕ ਯੂ ਟਰਨ ਲੈ ਲਿਆ ਤੁਸੀਂ। ਕਿਉਂ ਉਹ ਚੀਜ਼ ਸੋਚੀ? ਤੇ ਦੂਜਾ ਸਵਾਲ ਇਹ ਹੈ ਕਿ ਬਾਪੂ ਜੀ ਜਿਸ ਤਰੀਕੇ ਨਾਲ ਦੇਖਦੇ ਆ, MBA ਇਹਨਾਂ ਨੇ ਕੀਤੀ ਹੋਈ ਹੈ, ਤੁਹਾਡੇ ਬੇਟੇ ਨੇ, ਤੇ ਪੜ੍ਹਾਉਣ ਲਿਖਾਉਣ ਵੱਲ ਕਿੰਨਾ ਕੁ ਇਹਨਾਂ ਦੀ ਰੁਚੀ ਸੀਗੀ? ਕਿਉਂਕਿ ਖੁਦ ਪੜ੍ਹਦੇ ਲਿਖਦੇ ਨੇ। ਸੋਚਦੇ ਕੀ ਸੋਚਦੇ ਨੇ ਪੜ੍ਹਾਈ ਨੂੰ ਲੈ ਕੇ ਰਾਜੇਵਾਲ ਸਾਹਿਬ? ਇਹਨਾਂ ਦਾ ਜਦੋਂ ਦੇ ਅਸੀਂ ਦੇਖਦੇ ਹਾਂ, ਇਹਨਾਂ ਦਾ ਸਭ ਤੋਂ ਉੱਤਮ ਜਿਹੜਾ ਖਿਆਲ ਹੈ ਉਹ ਐਜੂਕੇਸ਼ਨ ਰਿਹਾ ਹੈ। ਇਹਨਾਂ ਨੇ ਨਾ ਸਿਰਫ ਸਾਨੂੰ ਇਹ ਪੜ੍ਹਾਇਆ, ਸਾਡੇ ਰਿਸ਼ਤੇਦਾਰੀ 'ਚ ਕੋਈ ਵੀ ਬੱਚਾ ਸੀਗਾ ਜਿਹਨੂੰ ਥੋੜ੍ਹੀ ਜਿਹੀ ਵੀ ਕਿਤਾਬ ਨਾਲ ਲਗਾਓ ਸੀ, ਦੋਨਾਂ ਨੇ, ਮੇਰੇ ਮਦਰ ਨੇ ਅਤੇ ਇਹਨਾਂ ਨੇ, ਉਹਨੂੰ ਬੱਚੇ ਨੂੰ ਪਿੰਡੋਂ ਲਿਆ, ਆਪਦੇ ਕੋਲ ਰੱਖ ਕੇ ਪੜ੍ਹਾਇਆ। ਸਾਡੇ ਪਰਿਵਾਰਾਂ 'ਚ ਜਿੰਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਤੁਹਾਨੂੰ ਮਿਲਾ ਦਿੰਦੇ ਹਾਂ, ਉਹ ਸਭ ਅੱਜ ਇਹਨਾਂ ਦੀ ਦੇਣ ਹੀ ਮੰਨਦੇ ਨੇ। ਕਿਉਂਕਿ ਇਹਨਾਂ ਦੀ ਇੱਕ ਸੋਚ ਹੈ ਕਿ ਮਨੁੱਖ ਨੂੰ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਜੇ ਤੁਹਾਡੇ ਕੋਲ ਹੈ, ਇਹ ਇੱਕ ਕਹਿੰਦੇ ਹੁੰਦੇ ਸੀ ਸਾਨੂੰ ਛੋਟੇ ਹੁੰਦੇ ਕਿ ਬਈ ਇਹ ਬੇਟਾ ਇੱਕ ਇਹੋ ਜਿਹਾ ਗਹਿਣਾ ਹੈ ਜਿਹੜਾ ਤੁਹਾਡੇ ਤੋਂ ਕੋਈ ਵੀ ਚੁਰਾ ਨਹੀਂ ਸਕਦਾ। ਇਹ ਗਹਿਣਾ ਮੈਂ ਵੀ ਹੁਣ ਇਹੀ ਗੱਲਾਂ ਕਹਿਣਾ। ਇਹਨਾਂ ਨੇ ਐਜੂਕੇਸ਼ਨ ਦੇ ਫੀਲਡ 'ਚ ਪਹਿਲਾਂ ਜਿਵੇਂ ਬੱਚਿਆਂ ਨੂੰ ਪੜ੍ਹਾਇਆ, ਜਥੇਬੰਦੀ ਦੇ ਇੱਥੇ ਹੋਰ ਵੀ ਬੈਠੇ ਨੇ, ਇਹਨਾਂ ਨੂੰ ਵੀ ਪ੍ਰੇਰਿਤ ਕੀਤਾ। ਅੱਜ ਜਥੇਬੰਦੀ ਦੇ ਜਿਹੜੇ ਇਹਨਾਂ ਦੇ ਭਾਵੇਂ ਬਲਾਕ ਪੱਧਰ ਦੇ ਆਗੂ ਨੇ, ਭਾਵੇਂ ਜ਼ਿਲ੍ਹੇ ਲੈਵਲ ਦੇ ਆਗੂ ਨੇ, ਉਹਨਾਂ ਦੇ ਬੱਚੇ ਇਹਨਾਂ ਨੇ ਚੰਗੇ ਪਬਲਿਕ ਸਕੂਲਾਂ 'ਚ ਉਹਨਾਂ ਨੂੰ ਕਹਿ ਕੇ ਲਗਵਾਏ ਕਿ ਇਹ ਬੱਚਾ ਪੜ੍ਹਨ ਵਾਲਾ, ਇਹਨੂੰ ਪੜ੍ਹਾਓ। ਪੜ੍ਹਾਈ ਦੇ ਨਾਲ ਮੈਂ ਸਮਝਦਾ ਵੀ ਇਟਸ ਨਾਟ ਨੈਸੈਸਰੀ ਵੀ ਤੁਸੀਂ ਇੱਕ ਗੌਰਮੈਂਟ ਜੋਬ 'ਚ ਹੋਵੋ। ਪੜ੍ਹ ਲਿਖ ਕੇ ਤੁਸੀਂ ਇੱਕ ਸੁਸਾਇਟੀ ਲਈ ਐਸੈਟ ਬਣੋ। ਪੜ੍ਹਾਈ ਦਾ ਇਹ ਫਾਇਦਾ ਹੈ। ਜੇ ਪੜ੍ਹਾਈ ਲਿਖਾਈ ਕਰਕੇ ਤੁਸੀਂ ਜੋਬ ਕਰਨੀ ਹੈ, ਕਰੋ, ਬਟ ਯੂ ਸ਼ੁੱਡ ਬਿਕਮ ਅ ਐਸੈਟ। ਪੜ੍ਹਾਈ ਤੋਂ ਮੈਨੂੰ ਨੌਕਰੀ ਵੱਲ ਨੂੰ ਇਹਨਾਂ ਨੇ ਕਿਹਾ ਵੀ ਨੌਕਰੀ ਕਰੋ, ਮੈਂ ਨਹੀਂ ਮੰਨਿਆ ਉੱਧਰ ਨੂੰ ਜਾਣਾ, ਕਿਉਂਕਿ ਸਮੇਂ ਦੀ ਲੋੜ ਵੀ ਸੀ। ਕੁਛ ਇਹ ਇੱਧਰ ਨੂੰ ਤੁਰੇ ਹੋਏ ਸੀ ਸੋਸ਼ਲ ਵਰਕ ਦੇ ਵਿੱਚ, ਅਤੇ ਸਾਨੂੰ ਲੋੜ ਸੀ। ਮੈਂ ਕੰਮ 'ਤੇ ਬੈਠਿਆ, ਕੰਮ 'ਤੇ ਬੈਠ ਕੇ ਅੱਜ ਤੱਕ ਇਹਨਾਂ ਨੇ ਮੈਨੂੰ ਨਹੀਂ ਰੋਕਿਆ ਵੀ ਮੈਂ ਕੀ ਕੰਮ ਕਰਦਾ ਕੀ ਨਹੀਂ ਕਰਦਾ, ਅਤੇ ਵਧੀਆ ਹੁਣ ਵੈਲ ਸੈੱਟ ਹਾਂ। ਅਤੇ ਦਾਤੇ ਦੀ ਮਿਹਰ ਹੈ ਵੀ ਜਿੰਨਾ ਕਿ ਇੱਕ ਇਨਸਾਨ ਨੂੰ ਆਪਣੀ ਜੋ ਜੀਵਨ ਜਾਚ ਵਧੀਆ ਇਹਨਾਂ ਨੇ ਦਿੱਤੀ ਹੈ ਜਿਹੜੀ, ਉਹਦੇ ਰਾਹੀਂ ਜਿੰਨਾ ਕਿ ਇੱਕ ਇਨਸਾਨ ਨੂੰ ਆਪਣੀ ਜੀਵਕਤਾ, ਕਮਾਈ ਅਤੇ ਜੋ ਵੀ ਉਹਦੀਆਂ ਨੈਸੈਸਿਟੀਜ਼ ਨੇ ਉਹ ਅੱਜ ਅਸੀਂ ਪੂਰੀਆਂ ਕਰ ਰਹੇ ਹਾਂ। ਰਾਜੇਵਾਲ ਸਾਹਿਬ, ਇੱਕ ਹੋਰ ਮਲਾਲ ਸੀਗਾ ਪਰਿਵਾਰ ਨੂੰ ਕਿ ਆਪਣੀ ਸਿਹਤ ਦਾ ਨਹੀਂ ਧਿਆਨ ਰੱਖਦੇ ਤੁਸੀਂ। ਹਾਂ, ਇਹ ਅਣਗਹਿਲੀ ਹੈ। ਬਲਕਿ ਤੁਸੀਂ ਹੈਰਾਨ ਹੋਵੋਗੇ, ਮੈਂ ਉੜੀਸਾ ਤੋਂ ਆਇਆ, ਇੱਥੇ ਏਅਰਪੋਰਟ 'ਤੇ ਉਤਰੇ, ਮੈਂ ਜਿਵੇਂ ਜਾਂਦਾ ਨਹੀਂ, ਮੈਂ ਚੰਡੀਗੜ੍ਹ ਰਹਿ ਗਿਆ ਘਰ, ਮੇਰਾ ਬੈਗ ਇਹ ਲੈ ਗਏ। ਮੈਂ ਚੰਡੀਗੜ੍ਹੋਂ ਅਗਲੀ ਰਾਤ ਕੱਟੀ ਨਾਭੇ, ਉੱਤੇ ਅਗਲੀ ਰਾਤ ਮੈਂ ਕੱਟੀ ਆਪਣੇ ਕੀ ਨਾ ਅਗੌਲ। ਦਵਾਈ ਮੇਰੀ ਬੈਗ 'ਚ ਰਹਿ ਗਈ। ਮੈਂ 4 ਦਿਨ ਦਵਾਈ ਨਹੀਂ ਲਈ। ਮੈਂ ਜਦੋਂ ਜਿੱਦਣ ਸਾਡਾ ਉੱਥੇ ਨਵਾਂ ਸ਼ਹਿਰ ਸੀ ਰੈਲੀ ਕੱਲ੍ਹ, ਖਟਕਲ ਕਰਾਂ, ਮੈਂ ਇਹਨਾਂ ਨੂੰ ਕਿਹਾ ਛੇਤੀ ਆਓ, ਮੇਰੀ ਦਵਾਈ ਲਿਆਓ, ਮੈਨੂੰ ਚੱਕਰ ਆਉਂਦੇ ਹੈ। ਮੈਂ ਬੜਾ ਕਰੋਨਿਕ ਹਾਰਟ ਪੇਸ਼ੈਂਟ ਆ। 92 'ਚ ਮੈਨੂੰ ਪਹਿਲੀ ਵਾਰੀ ਹਾਰਟ ਅਟੈਕ ਹੋਇਆ, 2004 'ਚ ਮੇਰੀ ਬਾਈਪਾਸ ਹੋ ਗਈ, ਅਤੇ 2017 'ਚ ਮੇਰੇ ਸਟੰਟ ਪੈ ਗਏ, ਅਤੇ ਦਵਾਈਆਂ ਛੁੱਟਦੀਆਂ ਨਹੀਂ। ਮੈਂ 4 ਦਿਨ ਲਗਾਤਾਰ ਦਵਾਈ ਨਹੀਂ। ਅਣਗਹਿਲੀ ਹੈ। ਬੇਬੇ ਜੀ ਕਹਿੰਦੇ ਮੇਰੀ ਨਹੀਂ ਸੁਣਦੇ ਨਾ, ਦਵਾਈਆਂ ਤਾਂ ਮੈਂ ਛਡਵਾ ਦੇਣੀਆਂ ਸੀਗੀਆਂ। ਉਹ ਅਸਲ 'ਚ ਬਹੁਤ ਜ਼ਿਆਦਾ ਗੁਰੂ ਸਾਹਿਬ 'ਚ ਵਿਸ਼ਵਾਸ ਹੈ। ਪਾਠ ਬਹੁਤ ਕਰਦੇ ਨੇ ਸਵੇਰ ਅਤੇ ਸ਼ਾਮ, ਤੀ ਹੋਰ ਕੋਈ ਕੰਮ ਨਹੀਂ, ਜਾਂ ਪਾਠ ਕਰਨਾ ਜਾਂ ਸਾਹਮਣੇ
ਪਾਰਕ ਆ, ਉਹਦੇ 'ਚ ਬੂਟੇ ਬਾਟੇ ਦੇਖੀ ਜਾਣੇ, ਹੋਰ ਇਹ ਤੋਂ ਬਿਨਾਂ ਉਹਨੂੰ ਕੋਈ ਕੰਮ ਨਹੀਂ। ਤੇ ਉਹਦੀ ਆਸਥਾ ਹੈ, ਉਹ ਕਹਿੰਦੀ ਹੈ ਤੁਸੀਂ ਪਾਠ ਕਰੋ ਸਾਰੀਆਂ ਦਵਾਈਆਂ ਛੁੱਟ ਜਾਣਗੀਆਂ। ਉਹ ਮੈਨੂੰ ਕਹਿੰਦੀ ਰਹਿੰਦੀ ਹੈ ਤਾਂ, ਪਰ ਮੈਂ ਕੋਈ ਥੋੜ੍ਹਾ ਜਿਹਾ ਸਾਇੰਟੀਫਿਕ ਗੱਲ 'ਚ ਵੀ ਵਿਸ਼ਵਾਸ ਰੱਖਦਾ। ਸਰਦਾ ਨਹੀਂ ਜਦੋਂ ਇੰਨੀ ਗੰਭੀਰ ਬਿਮਾਰੀ ਹੋਵੇ, ਫਿਰ ਦਵਾਈ ਤੋਂ ਬਿਨਾਂ ਗੁਜ਼ਾਰਾ ਨਹੀਂ, ਅਣਗਹਿਲੀ ਜ਼ਰੂਰ ਹੋ ਜਾਂਦੀ ਹੈ। ਗੁਰਤੇਜ ਜੀ ਅੱਜ ਸਾਹਮਣੇ ਬੈਠੇ ਨੇ ਬਾਪੂ ਜੀ, ਕੁਝ ਕਹਿਣਾ ਚਾਹੁੰਦੇ ਹੋ ਬਾਪੂ ਨੂੰ? ਨਹੀਂ, ਕਹਿਣਾ ਤਾਂ ਇਹੀ ਚਾਹੁੰਦੇ ਵੀ ਬਸ ਇੱਦਾਂ ਹੀ ਧਿਆਨ ਰੱਖੋ, ਹੋਰ ਤਾਂ ਇਹ ਆਪਣਾ ਕੰਮ ਸਾਰਾ ਕੁਝ ਵਧੀਆ ਹੀ ਕਰ ਰਹੇ ਨੇ ਜੀ। ਬਸ ਡਟੇ ਰਹਿਣਗੇ ਤੇ ਛੇਤੀ ਕਾਨੂੰਨ ਰੱਦ ਹੋਣ ਤੇ ਛੇਤੀ ਸਾਰੇ ਹੀ ਸਾਰੇ ਹੀ ਘਰੇ ਆਉਣ, ਛੇਤੀ ਮੋਰਚਾ ਫਤਿਹ ਹੋਵੇ, ਬਸ ਇਹੀ ਅਪੀਲ ਹੈ। ਫਿਰ ਹੁਣ ਕਿੱਦਾਂ ਦੇਖਦੇ ਹੋ ਰਾਜੇਵਾਲ ਸਾਹਿਬ, ਕਾਨੂੰਨਾਂ ਦੀ ਲੈ ਕੇ ਜਿਹੜੀ ਲੜਾਈ ਚੱਲਦੀ ਸੀਗੀ ਉਧਰ ਵੀ ਥੋੜ੍ਹੀ ਜਿਹੀ ਆਪਾਂ ਗੱਲ ਕਰ ਲਈਏ, ਹੁਣ ਕਿੱਥੇ ਕਿਉਂ ਜਾ ਕੇ ਖੜੀ ਹੈ ਕਹਾਣੀ? ਦੇਖੋ, ਜਿਹੜਾ ਸਾਡਾ ਕੰਮ ਹੈ, ਅਸੀਂ ਹੈਗੇ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਨਹੀਂ। ਜਦੋਂ ਕੋਈ ਐਜੀਟੇਸ਼ਨ ਕਰਦਾ ਤਾਂ ਉਹਨੂੰ ਇੱਕ ਗੱਲੋਂ ਤਾਂ ਸਪਸ਼ਟ ਹੋਣਾ ਚਾਹੀਦਾ ਵੀ ਉਹ ਕਿਸੇ ਲੌਜਿਕ 'ਤੇ ਆਧਾਰਿਤ ਹੈ। ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਐਜੀਟੇਸ਼ਨ ਕਰਨ ਤੋਂ ਪਹਿਲਾਂ ਇਹਨਾਂ ਨੂੰ ਸਟੱਡੀ ਕੀਤਾ, ਅਤੇ 2017 'ਚ ਸਰਕਾਰ ਦੀ ਇੱਕ ਮੀਟਿੰਗ 'ਚ ਮੈਂ ਨੀਤੀ ਆਯੋਗ ਦੇ ਗਿਆ ਸੀ, ਉੱਥੇ ਜਿੱਥੇ ਕਾਰਪੋਰੇਟ ਸੀ, ਉੱਥੇ ਇਕੋਨੋਮਿਸਟ ਸੀ, ਸਰਕਾਰ ਦੇ ਬਿਊਰੋਕਰੇਟ ਸੀ। ਅਸੀਂ 3 ਸੀ ਕਿਸਾਨਾਂ ਦੇ ਨੁਮਾਇੰਦੇ, ਮੈਂ ਸੀ, ਰਾਮਪਾਲ ਜਾਟ ਰਾਜਸਥਾਨ ਤੋਂ, ਅਤੇ ਉੱਥੋਂ ਆਪਣੇ ਮਹਾਰਾਸ਼ਟਰ 'ਚੋਂ ਵਿਜੇ ਜਵੰਦੀਆ। ਉੱਥੇ ਸੀ ਵੀ ਇਸ਼ੂ ਇਹ ਸੀਗਾ ਵੀ ਖੇਤੀ ਦਾ ਗਰੋਥ ਰੇਟ ਘੱਟ ਗਿਆ, ਹਾਊ ਟੂ ਰਿਵਾਈਵ, ਗਿਣੀ ਮਿੱਥੀ ਖੇਡ ਸੀ। ਉੱਥੇ ਸ਼ੁਰੂ 'ਚ ਇੱਕ ਇਕੋਨੋਮਿਸਟ ਨੇ ਕਿਹਾ, ਦੇਖੋ ਜੀ ਕਿਸਾਨਾਂ ਦੇ ਪੱਲੇ ਤਾਂ ਕੁਛ ਹੈ ਨਹੀਂ, ਅਤੇ ਇਹਦੇ ਚਾਹੀਦੀ ਹੈ ਇਨਵੈਸਟਮੈਂਟ, ਤਾਂ ਖੇਤੀ ਦਾ ਗਰੋਥ ਰੇਟ ਵਧੂਗਾ। ਰਿਕੁਐਸਟ ਕਰੋ ਕਾਰਪੋਰੇਟਸ ਨੂੰ ਵੀ ਇਹਦੇ 'ਚ ਇਨਵੈਸਟਮੈਂਟ ਕਰਨ। ਮੈਂ ਜਿਵੇਂ ਕਿਹਾ ਗਿਣੀ ਮਿੱਥੀ ਖੇਡ ਸੀ। ਉਹ ਤੋਂ ਬਾਅਦ ਉਹਨਾਂ ਨੇ ਇੱਕ ਕਾਰਪੋਰੇਟ ਹਾਊਸ ਦੇ CEO ਨੂੰ ਕਹਿ ਦਿੱਤਾ, ਉਹਨੇ ਪੈਂਦੇ ਹੀ ਕਿਹਾ ਜੀ ਠੀਕ ਹੈ ਸਰ, ਵੀ ਆਰ ਰੈਡੀ ਟੂ ਇਨਵੈਸਟ ਬਟ ਵੀ ਹੈਵ ਸਮ ਕੰਡੀਸ਼ਨਸ। ਅਤੇ ਸ਼ਰਤ ਜਿਹੜੀ ਰੱਖੀ ਉਹਨਾਂ ਨੇ ਇਹ ਰੱਖੀ ਭਈ ਸਾਨੂੰ 5-5, 7-7 ਹਜ਼ਾਰ ਏਕੜ ਦੇ ਕਲਸਟਰ ਬਣਾ ਕੇ ਦੇ ਦਿਓ ਜ਼ਮੀਨ ਦੇ, ਅਤੇ 50 ਸਾਲਾਂ ਲੀਜ਼ 'ਤੇ ਦੇ ਦਿਓ। ਲੀਜ਼ ਸਰਕਾਰ ਤੈਅ ਕਰ ਦੇ, ਠੇਕਾ ਸਰਕਾਰ ਤੈਅ ਕਰ ਦੇ, ਅਸੀਂ ਖਜ਼ਾਨੇ ਜਮ੍ਹਾਂ ਕਰਾ ਦਾਂਗੇ, ਸਰਕਾਰ ਕਿਸਾਨਾਂ ਨੂੰ ਪੇ ਕਰ ਦੇ, ਪਰ ਉਹ ਮਾਲਕ ਜ਼ਮੀਨ ਦਾ ਸਾਡੇ ਕੰਮ 'ਚ ਦਖਲ ਨਾ ਦੇਵੇ। ਜੇ ਉਹਨੇ ਕੰਮ ਕਰਨਾ ਤਾਂ ਐਜ਼ ਮਜ਼ਦੂਰ ਕੰਮ ਕਰ ਲਏ। ਗੱਲ ਤਾਂ ਸਾਫ਼ ਹੋ ਗਈ। ਸਾਡੀ ਉਹ ਗੱਲ ਨਾ ਸੁਣਨ, ਮੇਰਾ ਨੰਬਰ ਕੱਟਤਾ, ਰਾਮਪਾਲ ਦਾ ਕੱਟਤਾ, ਵਿਜੇ ਜਵੰਦੀਆ ਦਾ ਕੱਟਤਾ। ਮੈਨੂੰ ਲੱਗਿਆ ਵੀ ਮੀਟਿੰਗ ਖਤਮ ਹੋਣ ਵਾਲੀ ਹੈ, ਇਹ ਕਹਿਣਗੇ ਬਾਹਰ ਪਬਲਿਕ ਨੂੰ ਵੀ ਕਿਸਾਨਾਂ ਦੇ ਨੁਮਾਇੰਦੇ ਵਿੱਚ ਸੀ। ਜਦੋਂ ਫੈਸਲਾ ਕੀਤਾ, ਮੈਂ ਜਿਹੜਾ ਗੇਟ ਸੀ ਉਹਨੂੰ ਕੁੰਡੀ ਲਾ ਕੇ ਉੱਚੀ ਆਵਾਜ਼ 'ਚ ਕਿਹਾ, ਮਿਸਟਰ ਚੇਅਰਮੈਨ ਮੇਰੇ ਵੱਲ ਧਿਆਨ ਦਿਓ। ਧਿਆਨ ਹੋ ਗਿਆ, ਕੁਦਰਤੀ ਸੀ। ਮੈਂ ਕਿਹਾ ਤੁਸੀਂ ਸਾਡੀ ਗੱਲ ਸੁਣਨਾ ਨਹੀਂ ਚਾਹੁੰਦੇ, ਜਿਹੜਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਉਹਦੇ ਉਲਟ ਇੱਕ ਮੈਸੇਜ ਦੇਣਾ ਚਾਹੁੰਦੇ। ਅਤੇ ਮੈਂ ਲਾਤੀ ਕੁੰਡੀ। ਮੈਂ ਆਪਣੇ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਤੁਸੀਂ ਕੀ ਕਰਦੇ ਹੋ, ਅਤੇ ਸਾਨੂੰ ਇੱਥੇ ਬਿਠਾ ਕੇ ਹਾਜ਼ਰੀ ਲਵਾ ਕੇ ਲੋਕਾਂ ਨੂੰ ਕਿਵੇਂ ਲੁੱਟਣਾ ਚਾਹੁੰਦੇ ਹੋ, ਅਤੇ ਮੈਂ ਤੁਹਾਨੂੰ ਬਾਹਰ ਨਹੀਂ ਨਿਕਲਣ ਦਿੰਦਾ। ਤੁਸੀਂ 100 ਬੰਦਾ ਹੈ, ਤੁਸੀਂ ਕੁੱਟ ਕੇ ਭਾਵੇਂ ਨਿਕਲ ਜਾਓ, ਇੱਕ ਸੀਨ ਕ੍ਰੀਏਟ ਕਰੂੰਗਾ, ਸਾਰੇ ਦੇਸ਼ 'ਚ ਜਾਊ ਮੈਸੇਜ, ਅਤੇ ਮੈਂ ਇਹ ਤੁਹਾਨੂੰ ਕਰਨ ਨਹੀਂ ਦਿੰਦਾ। ਮੀਟਿੰਗ 2 ਘੰਟੇ ਹੋਰ ਲੰਬੀ ਹੋ ਗਈ। ਸਾਨੂੰ ਸੁਣਿਆ। ਮੈਂ ਉਹਨਾਂ ਨੂੰ ਅਖੀਰ 'ਚ ਬਹੁਤ ਸਾਰੀ ਲੌਜਿਕ ਦੇ ਕੇ ਕਿਹਾ ਵੀ ਇੱਕ ਗੱਲ ਦਾ ਖਿਆਲ ਰੱਖਿਓ, ਪੰਜਾਬ ਔਰ ਹਰਿਆਣੇ ਦੇ ਜੱਟ ਅਤੇ ਜਾਟ ਇਹਨਾਂ ਦੀ ਕਲਚਰ ਇੱਕੋ ਹੈ। ਜੇ ਤੁਸੀਂ ਸਾਡੇ ਕੋਲੋਂ ਜ਼ਮੀਨ ਖੋਗੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪਲਾਨ ਕਰਦੇ ਹੋ, ਤਾਂ ਜਿਹਦੇ ਕੋਲ 2 ਕਿੱਲੇ ਆ ਉਹ ਵੀ, ਜਿਹਦੇ ਕੋਲ 20 ਕਿੱਲੇ ਆ ਉਹ ਵੀ, ਹਰੇਕ ਦੇ ਮੋਢੇ 'ਤੇ ਗੰਡਾਸਾ ਹੋਊ। ਪੰਜਾਬ ਔਰ ਹਰਿਆਣੇ ਨੂੰ ਤੁਸੀਂ 2 ਸਟੇਟਾਂ ਨੂੰ ਕੰਟਰੋਲ ਨਹੀਂ ਕਰ ਸਕੋਗੇ। ਇਹ ਲਾ ਐਂਡ ਆਰਡਰ ਪ੍ਰੋਬਲਮ ਹੋ ਜਾਏਗੀ, ਤੁਹਾਡੇ ਲਈ ਬੜੀ ਮੁਸ਼ਕਿਲ ਹੋ ਜਾਏਗੀ। ਇਸ ਰਾਹ ਨਾ ਪਿਓ। ਉਹ ਤੋਂ ਬਾਅਦ ਕੁਛ ਦੇਰ ਰੁਕਿਆ ਰਿਹਾ, ਅਤੇ ਮੈਨੂੰ ਇਹ ਹੋਇਆ ਵੀ ਇਹ ਹੁਣ ਕੁਛ ਕਰਨਗੇ, ਅਤੇ ਮੈਂ ਫਿਰ ਡਾਕੂਮੈਂਟਰੀ ਐਵੀਡੈਂਸ ਇਕੱਠੀ ਕਰਨੀ ਸ਼ੁਰੂ ਕੀਤੀ। CSCP ਦੀ ਇੱਕ ਰਿਪੋਰਟ ਆ ਗਈ, ਉਹ ਸਾਡੀ ਸੋਹਣੀ ਆਉਂਦੀ ਆ, ਭਾਵੇਂ ਇੱਦਾਂ ਨੇ। ਉਸ ਰਿਪੋਰਟ 'ਚ CSCP ਕਹਿੰਦਾ ਹੈ ਵੀ ਸਾਨੂੰ ਆ ਜਿਹੜਾ ਸਰਕਾਰ ਖਰੀਦੋ ਫਰੋਖਤ ਕਰਦੀ ਹੈ ਅਨਾਜ ਦੀ, ਇਸ ਧੰਦੇ 'ਚੋਂ ਨਿਕਲ ਜਾਣਾ ਚਾਹੀਦਾ। FCI ਨੂੰ ਸਾਨੂੰ ਛੱਡ ਦੇਣਾ ਚਾਹੀਦਾ। ਉੱਧਰ ਦੂਸਰੇ ਪਾਸੇ ਜਿਹੜੇ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਆ ਗਈ, ਉਹਨੇ ਕਿਹਾ ਵੀ FCI ਇੱਕ ਭ੍ਰਿਸ਼ਟ ਹਾਥੀ ਹੈ। ਸਰਕਾਰ ਦਾ ਕੰਮ ਗਵਰਨੈਂਸ ਹੁੰਦਾ ਹੈ, ਵਪਾਰ ਕਰਨਾ ਨਹੀਂ। ਇਸ ਕਰਕੇ ਸਰਕਾਰ ਨੂੰ ਇਹਨੂੰ ਡਿਸਬੈਂਡ ਕਰ ਦੇਣਾ ਚਾਹੀਦਾ FCI ਨੂੰ, ਅਤੇ ਇਹ ਕੰਮ ਕਿਸੇ ਪ੍ਰਾਈਵੇਟ ਹੱਥਾਂ 'ਚ ਦੇ ਦੇਣਾ ਚਾਹੀਦਾ। ਡਿਸਬੈਂਡ ਕਰਨ ਦੇ ਮਾਨੇ ਹੈ ਪ੍ਰੋਕਿਊਰਮੈਂਟ ਬੰਦ। FCI ਨੇ ਖਰੀਦਣਾ ਨਾ, ਜਿਹੜੀਆਂ ਸਟੇਟ ਏਜੰਸੀਆਂ ਦੇ ਪਰਚੇਜ਼ ਫॉर FCI, ਇਹਦਾ ਮਤਲਬ FCI ਨੂੰ ਬੰਦ ਕਰ ਦਿਓ ਤਾਂ ਅਨਾਜ ਸਰਕਾਰ ਨੇ ਨਹੀਂ ਖਰੀਦਣਾ। ਜੇ ਸਰਕਾਰ ਨੇ ਨਹੀਂ ਖਰੀਦਣਾ ਤਾਂ MSP ਕਿੱਥੇ ਖੜੂ? ਤੋ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਸੀ। ਤੋ ਉਹ ਤੋਂ ਬਾਅਦ ਫਿਰ ਇਹ ਰਿਪੋਰਟ ਆਈ CSCP ਦੀ, ਉਹਦੇ ਵਿੱਚ ਉਹਨੇ ਅਗਲੀ ਰਿਪੋਰਟ 'ਚ ਲਿਖਦਾ ਵੀ 6.5% ਹਰਿਆਣੇ 'ਚ, 8.5% ਪੰਜਾਬ 'ਚ ਸਾਨੂੰ ਟੈਕਸ ਦੇਣੇ ਪੈਂਦੇ ਨੇ। ਫਿਰ ਸਟੋਰੇਜ ਦਾ ਖਰਚਾ ਬਹੁਤ ਹੁੰਦਾ। ਸਰਕਾਰ ਇਹ ਛੱਡੇ,
ਇਹਨੂੰ ਆਪਣੀ ਜਿਹੜੀ ਓਪਨ ਐਂਡਡ ਪਾਲਿਸੀ ਆ ਖਰੀਦ ਦੀ ਉਹਨੂੰ ਰਿਵਿਊ ਕਰਕੇ ਬੰਦ ਕਰੇ। ਬੜਾ ਸਿੱਧਾ ਉਹਨੇ ਰਿਕਮੈਂਡ ਕੀਤਾ ਇਹ ਕੰਮ ਕਾਰਪੋਰੇਟਸ ਨੂੰ ਦੇ ਦੇਣਾ ਚਾਹੀਦਾ। ਇਹ ਹੋ ਗਿਆ। ਥੋੜ੍ਹੇ ਦਿਨਾਂ ਬਾਅਦ ਮੈਨੂੰ ਇੱਕ ਚਿੱਠੀ ਹੱਥ ਲੱਗ ਗਈ ਪ੍ਰਾਈਮ ਮਿਨਿਸਟਰ ਆਫਿਸ ਤੋਂ ਚੀਫ ਮਿਨਿਸਟਰਾਂ ਨੂੰ ਜਾਰੀ ਹੋਈ। ਉਹਦੇ 'ਚੋਂ ਪੁੱਛਦੇ ਨੇ ਬਈ ਚੀਫ ਮਿਨਿਸਟਰਾਂ ਨੂੰ ਵੀ ਤੁਸੀਂ ਦੱਸੋ ਜੇ ਅਸੀਂ ਤੁਹਾਡੇ ਕੋਲੋਂ ਕਣਕ ਤੇ ਝੋਨਾ ਨਾ ਖਰੀਦੀਏ ਮਾਰਕੀਟ 'ਚ ਰੇਟ ਗਿਰਨਗੇ, ਅਸੀਂ ਉਹਨੂੰ ਕਿਸਾਨ ਨੂੰ ਉਹਦਾ ਜਿਹੜਾ ਘਾਟਾ ਹੈ ਉਹ ਭਾਵੰਤਰ ਸਕੀਮ 'ਚ ਪੂਰਾ ਕਰ ਦਈਏ, ਤੁਹਾਡੀ ਕੀ ਰਾਏ ਹੈ? ਪੰਜਾਬ ਸਰਕਾਰ ਨੇ ਰਿਫਿਊਜ਼ ਕਰਤਾ, ਹੋਰਾਂ ਦਾ ਮੈਨੂੰ ਨਹੀਂ ਪਤਾ। ਇਹਨਾਂ ਨੇ ਕਹਿ ਦਿੱਤਾ ਸਾਨੂੰ ਇਹ ਸੂਟ ਨਹੀਂ ਕਰਦੀ, ਇਹਦੇ 'ਚ ਕਰਪਸ਼ਨ ਹੋਊ। ਅਤੇ ਮੈਂ ਉਹ ਸਾਰੇ ਡਾਕੂਮੈਂਟ ਇਕੱਠੇ ਕਰਕੇ ਇੱਕ ਸੈਮੀਨਾਰ ਰੱਖਤਾ 17 ਫਰਵਰੀ 2020 'ਚ ਇੱਥੇ ਆਪਣੇ ਕਿਸਾਨ ਭਵਨ 'ਚ। ਉੱਥੇ ਸਾਰੇ ਪਾਰਟੀਆਂ ਦੇ ਲੀਡਰ ਸੱਦ ਲਏ। ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ, ਡਾਕਟਰ ਦਲਜੀਤ ਸਿੰਘ ਚੀਮਾ, 2-3 MLA ਇਹ ਸਾਰੇ ਆ ਗਏ। ਕਾਂਗਰਸ ਵੱਲੋਂ ਜਾਖੜ ਅਤੇ ਉਹਦੇ ਨਾਲ ਕੁਲਜੀਤ ਨਾਗਰਾ ਅਤੇ 1-2 ਹੋਰ MLA ਇਹ ਆ ਗਏ। ਇਸੇ ਤਰ੍ਹਾਂ ਭਾਜਪਾ ਵੱਲੋਂ ਹਰਜੀਤ ਗਰੇਵਾਲ ਆ ਗਿਆ ਅਤੇ ਆਮ ਆਦਮੀ ਪਾਰਟੀ ਵੱਲੋਂ 4-5 MLA ਆ ਗਏ। ਸਾਰਿਆਂ ਨੂੰ ਇਹ ਡਾਕੂਮੈਂਟਰੀ ਐਵੀਡੈਂਸ ਦੇ ਕੇ ਮੈਂ ਕਿਹਾ ਇਹਨੂੰ ਪਹਿਲਾਂ ਪੜ੍ਹੋ। ਇਹਨੂੰ ਪੜ੍ਹ ਕੇ ਫਿਰ ਮੈਂ ਸਾਰਿਆਂ 'ਤੇ ਸਵਾਲ ਕੀਤੇ। ਮੈਂ ਇਹਨੂੰ ਸੁਨੀਲ ਜਾਖੜ ਨੂੰ ਕਿਹਾ ਵੀ ਤੁਹਾਡੀ ਸਰਕਾਰ ਹੈ, ਕਿੰਨਾ ਕੁ ਦਬਾਅ ਹੈ ਤੁਹਾਡੇ 'ਤੇ ਕੇਂਦਰ ਦਾ MSP ਬੰਦ ਕਰਨ ਦਾ? ਉਹਨੇ ਭਰੀ ਸਭਾ 'ਚ ਦੋ ਮੇਜ਼ 'ਤੇ ਹੱਥ ਮਾਰ ਕੇ 3 ਵਾਰੀ ਕਿਹਾ MSP ਗਈ, MSP ਗਈ, MSP ਗਈ। ਫਿਰ ਉਹ ਅਗਲੀ ਗੱਲ ਕਹਿੰਦਾ ਹੈ, ਕਿਉਂਕਿ ਮੈਂ ਹਰ ਵੇਲੇ ਲੱਗਿਆ ਰਹਿਣਾ ਇਸ ਪਾਸੇ। ਮੈਂ ਕਦੇ 6 ਮਹੀਨੇ ਬਾਅਦ ਇਹਨਾਂ ਨੂੰ ਕਦੇ ਵਰਕਸ਼ਾਪ ਦੇ ਨਾਂ 'ਤੇ ਸੱਦ ਲੈਣਾ, ਕਦੇ ਕਿਸਾਨ ਪਾਰਲੀਮੈਂਟ ਕੀਤੀ ਉਹਦੇ 'ਤੇ ਸੱਦ ਲਿਆ। ਸਾਰੇ ਲੀਡਰਾਂ ਨੂੰ ਸਾਹਮਣੇ ਖੜਾ ਕੇ ਸਵਾਲ ਕਰਦੇ ਹਾਂ। ਇਹ ਕਹਿੰਦਾ ਹੈ ਵੀ ਆਹ ਬੰਦਾ ਆਪਾਂ ਨੂੰ 6 ਮਹੀਨੇ ਬਾਅਦ ਸੱਦ ਲੈਂਦਾ ਹੈ, ਆਪਾਂ ਉਲਟੇ ਸਿੱਧੇ ਜਵਾਬ ਦੇ ਕੇ ਚਲੇ ਜਾਂਦੇ ਹਾਂ। ਪਰ ਅੱਜ ਬਹੁਤ ਗੰਭੀਰ ਸਵਾਲ ਇਹਨੇ ਉਠਾਇਆ। ਸਾਰੀਆਂ ਪਾਰਟੀਆਂ ਨੂੰ ਕਹਿ ਰਿਹਾ ਵੀ ਜੇ ਅੱਜ ਇਕੱਠੇ ਹੋ ਕੇ ਨਾ ਲੜੇ ਤਾਂ ਪੰਜਾਬ ਘੱਟੋ ਘੱਟ ਬਰਬਾਦ ਜ਼ਰੂਰ ਹੋ ਜਾਏਗਾ। ਮੇਰੀ ਰਿਕੁਐਸਟ ਆ ਆਪਾਂ ਸਾਰੇ ਇਕੱਠੇ ਹੋਈਏ। ਇਹ ਉਹ ਕਹਿ ਕੇ ਬਹਿ ਗਿਆ। ਭੂੰਦੜ ਸਾਹਿਬ ਬੈਠੇ ਕਹਿੰਦੇ ਨੇ, ਮਾਈਕ ਫੜ ਲਿਆ ਉਹਨਾਂ ਹੱਥ 'ਚੋਂ, ਹਾਲੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ। ਮੈਨੂੰ ਬੇਂਡੀ ਲਾਓ, ਇਹ ਬਹੁਤ ਵੱਡਾ ਮਸਲਾ ਹੈ, ਮੈਂ ਮੂਹਰੇ ਹੋ ਕੇ ਲੜੂੰ। ਫਿਰ ਆਏ ਤੁਹਾਡੇ ਨਾਲ ਖੜੇ ਨੇ? ਉਹ ਤੱਕ ਲੱਭੇ ਹੀ ਨਹੀਂ, ਕਿੱਥੇ ਨੇ? ਭੂੰਦੜ ਸਾਹਿਬ ਦੀ ਸ਼ਕਲ ਹੀ ਨਹੀਂ ਦੇਖੀ। ਉਹ ਤੋਂ ਬਾਅਦ ਇੱਕ ਵਾਰੀ ਉਹਨਾਂ ਦੀ ਸ਼ਕਲ ਨਹੀਂ ਦੇਖੀ। ਤੋ ਚਲੋ ਉਹਨਾਂ ਇਹ ਮੁੱਦਾ ਕਿਸਾਨ ਜਥੇਬੰਦੀਆਂ ਦਾ ਹੈ। ਚਾਹੀਦਾ ਤਾਂ ਇਹ ਹੈ ਵੀ ਜਿਹੜਾ ਵੋਟਾਂ ਲੈਂਦਾ ਸਾਰੇ ਮੁੱਦੇ ਉਹਦੇ ਹੀ ਹੁੰਦੇ ਨੇ। ਜਿਹਨੇ ਪੋਲੀਟਿਕਸ 'ਚ ਰਹਿਣਾ ਇੱਕ ਵੱਡਾ ਕੰਸਟੀਚੂਐਂਟ ਹੈ ਜਿਹੜਾ ਕਿਸਾਨ ਵਰਗ ਹੈ, ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਕੰਸਟੀਚੂਐਂਟ ਹੈ। ਇਹਨੂੰ ਛੱਡਣਾ ਇਹ ਵੀ ਮੈਂ ਸਮਝਦਾ ਉਹਨਾਂ ਨਾਲ ਧਰੋ ਹੈ, ਪਰ ਕਿਸੇ ਨੇ ਪੁੱਛਿਆ ਹੀ ਨਹੀਂ ਕਦੇ। ਅੱਛਾ, ਇੱਕ ਗੱਲ ਹੋਰ ਦੱਸੋ ਕਿ ਇਸ ਵੇਲੇ ਨਾ ਬਹੁਤ ਸਾਰੇ ਕਿਸਾਨ ਤਰਕ ਦਿੰਦੇ ਨੇ ਕਿ ਜਿਨ੍ਹਾਂ ਰਾਜਾਂ ਦੇ ਵਿੱਚ ਹੁਣ ਚੋਣਾਂ ਨੇ, ਚਾਹੇ ਪੱਛਮੀ ਬੰਗਾਲ ਹੈ ਜਾਂ ਅਸਾਮ ਆ ਜਾਂ ਪਾਂਡਾਚੇਰੀ ਹੈ ਜਾਂ ਜਿੱਥੇ ਹੋਰ ਵੋਟਾਂ ਹੋਣੀਆਂ ਨੇ, ਕਹਿੰਦੇ ਜੇ ਇੱਥੋਂ BJP ਜਿੱਤ ਜਾਂਦੀ ਹੈ ਤਾਂ ਜਿਹੜਾ ਕਿਸਾਨਾਂ ਦਾ ਮਸਲਾ ਫਿਰ ਬਹੁਤ ਔਖਾ ਹੋ ਜਾਊਗਾ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਹੋ ਸਕਦਾ ਜੇ ਪੱਛਮੀ ਬੰਗਾਲ BJP ਜਿੱਤ ਜਾਂਦੀ ਹੈ? ਇਸ ਤਰ੍ਹਾਂ ਦੀ ਗੱਲ ਨਹੀਂ। ਅਸੀਂ ਸਿਰਫ ਇਹਨਾਂ ਨੂੰ ਇਸ ਲਈ ਅਪੋਜ਼ ਕਰ ਰਹੇ ਹਾਂ ਵੀ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਸਰਕਾਰਾਂ। ਮੇਜ਼ ਦੇ ਉੱਤੇ ਉਹ ਹਾਰ ਚੁੱਕੇ ਨੇ ਬੈਠ ਕੇ, ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ। ਹੁਣ ਜਦੋਂ ਹੋਰ ਕੋਈ ਰਸਤਾ ਨਹੀਂ ਸਮਝਦੇ, ਅਸੀਂ ਵੋਟ ਦੀ ਰਾਜਨੀਤੀ ਸਮਝਦੇ ਹੈ, ਅਸੀਂ ਉਹਨਾਂ ਦਾ ਨੁਕਸਾਨ ਕਰਨ ਤੁਰੇ ਹਾਂ। ਜਿਹੜਾ ਲੱਗਦਾ ਰਿਜ਼ਲਟ 100% ਉਹਦੇ ਸਾਡੇ ਹੱਕ 'ਚ ਆਉਣਗੇ, ਪਰ ਫਿਰ ਵੀ ਦੂਸਰੇ ਪਾਸੇ ਹੁਣ ਇਹ ਫਿਰ ਅਲੱਗ ਇਸ਼ੂ ਖੜ੍ਹਾ ਹੋ ਜਾਂਦਾ। ਇਹਦੇ 'ਚ ਵੀ ਕੋਈ ਦੋ ਰਾਇ ਨਹੀਂ। EVM ਦਾ ਮਸਲਾ ਉਹਨਾਂ ਦੇ ਹੱਥ 'ਚ ਹੈ। EVM ਨਾਲ ਕੁਛ ਲੈ ਲੈਣ ਜਿਹੜਾ ਲੱਗਦਾ ਹੈ, ਉਹ ਅਦਰਵਾਈਜ਼ ਉਹਨਾਂ ਨੂੰ ਕੁਛ ਉਦੋਂ ਲੱਭਣ ਵਾਲਾ ਨਹੀਂ। ਪਰ ਇਹ ਤੋਂ ਵੀ ਇਲਾਵਾ ਜੇ ਫਰਜ਼ ਕਰ ਲਓ ਹਾਰ ਵੀ ਜਾਏ, ਅਸੀਂ ਹਾਰ ਜਾਈਏ, ਸਾਡੀ ਜਿਹੜੀ ਕਾਲ ਹੈ ਉਹਦਾ ਅਸਰ ਨਾ ਹੋਏ, ਅਤੇ ਫਿਰ ਕਿਹੜਾ ਅਸੀਂ ਅੰਦੋਲਨ ਵਾਪਸ ਲੈ ਲੈਣਗੇ? ਵੀ ਆਰ ਏ ਫਾਈਟਿੰਗ ਫੋਰਸ, ਵੀ ਆਰ ਨੋਟ ਏ ਪੋਲੀਟੀਕਲ ਪਾਰਟੀ। ਅਸੀਂ ਤਾਂ ਫਾਈਟਿੰਗ ਫੋਰਸ ਹੈ। ਕੋਈ ਨਵਾਂ ਮੋੜ ਦੇ ਕੇ ਫਿਰ ਲੜਾਈ ਜਾਰੀ ਰਹੂ। ਤੁਹਾਡੀ ਸਟੇਜ ਦੇ ਉੱਤੇ ਅੱਜ ਇੱਕ ਗੱਲ ਕਹੀ ਗਈ ਕਿ EVM ਨੂੰ ਹਟਾਉਣ ਦੇ ਲਈ ਵੀ ਕੋਈ ਲਹਿਰ ਚਲਾਉਣੀ ਚਾਹੀਦੀ ਹੈ, ਕਿ ਬੈਲਟ ਪੇਪਰ ਦੇ ਹੋਣਾ ਚਾਹੀਦਾ ਹੈਗਾ, ਜਿਹੜੀ ਵੋਟਿੰਗ ਸਿਸਟਮ ਹੈ ਉਹ ਇੱਦਾਂ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਲਹਿਰ ਵੀ ਉੱਠ ਸਕਦੀ ਹੈ? ਦੇਖੋ ਜੀ, ਮੈਂ ਪੋਲੀਟਿਕਸ 'ਚ ਹਿੱਸਾ ਨਹੀਂ ਲੈਂਦਾ, ਪਰ ਮੈਂ ਇਸ ਦੇਸ਼ ਦਾ ਸ਼ਹਿਰੀ ਹਾਂ। ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਵੀ ਸਮਝਦਾ। ਮੈਂ ਇਹ ਮਹਿਸੂਸ ਕਰਦਾ ਵੀ ਪੋਲੀਟੀਕਲ ਪਾਰਟੀਆਂ ਨੂੰ ਅੱਜ ਐਵੇਂ ਨਹੀਂ ਰੌਲਾ ਪਾਉਣਾ ਚਾਹੀਦਾ। ਇੱਕ ਕੰਪਿਊਟਰ ਹੈ, ਜੋ ਕਮਾਂਡ ਦਿਓਗੇ ਉਹਨੇ ਉਹ ਕਰਨਾ। ਅਤੇ ਮੈਨੂੰ ਇੱਕ ਦਿਨ ਕਿਸੇ ਦਾ ਫੋਨ ਆਇਆ, ਉਹ ਮੈਨੂੰ ਕਹਿੰਦਾ ਬੰਦਾ, ਮੈਂ ਨਾਂ ਨਹੀਂ ਕੋਟ ਕਰਨਾ, ਵੀ ਮੈਂ PMO 'ਚੋਂ ਰਿਟਾਇਰ ਹੋਇਆ 20 ਦਿਨ ਪਹਿਲਾਂ।
ਮੈਂ 3-4 ਪ੍ਰਧਾਨ ਮੰਤਰੀਆਂ ਦੇ ਹੁੰਦੇ ਉਹਦੇ ਦਫ਼ਤਰ 'ਚ, ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਕੰਮ ਕੀਤਾ ਹੈ। ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਉਹ ਮੈਨੂੰ ਇਹ ਵੀ ਕਹਿੰਦਾ ਹੈ ਵੀ ਇਹਨਾਂ ਨੇ ਬੰਗਾਲ ਵਿੱਚ 134 ਸੀਟਾਂ 'ਤੇ EVM ਸੈੱਟ ਕੀਤੀ ਹੋਈ ਹੈ ਅਤੇ ਬੜੀਆਂ ਟੈਕਨੀਕਲੀ ਸੋਚ ਸਮਝ ਕੇ ਸੈੱਟ ਕਰਦੇ ਨੇ, ਐਵੇਂ ਨਹੀਂ ਹੁੰਦਾ। ਅਤੇ ਈਵਨ ਇਹ ਤਾਂ ਹੁਣ ਕੋਈ ਦੋ ਰਾਇਆ ਨਹੀਂ ਵੀ ਇਹ ਕੰਪਿਊਟਰ ਹੈ, ਕੰਪਿਊਟਰ ਤਾਂ ਜੋ ਤੁਸੀਂ ਕਮਾਂਡ ਦਿੱਤੀ ਉਹਨੇ ਉਹਦੇ ਮੁਤਾਬਕ ਚੱਲਣਾ। ਉਹਦਾ ਇਹ ਕਹਿਣਾ ਸੀ ਵੀ ਵੋਟਾਂ ਠੀਕ ਪੈ ਜਾਣਗੀਆਂ। ਕਾਊਂਟਿੰਗ ਤੋਂ ਪਹਿਲਾਂ ਕੰਪਿਊਟਰ ਨੂੰ ਕਮਾਂਡ ਦਿੱਤੀ ਹੋਈ ਹੈ ਵੀ ਜਿਹੜੀਆਂ ਮੈਕਸੀਮਮ ਵੋਟਾਂ ਵਾਲਾ ਕੈਂਡੀਡੇਟ ਹੈ ਉਹਦੀਆਂ ਵੋਟਾਂ BJP ਵਾਲੇ ਨੂੰ ਚਲੇ ਜਾਣਗੀਆਂ, 2 ਨੰਬਰ ਵਾਲੇ ਦੀਆਂ ਉੱਥੇ ਕਾਊਂਟਿੰਗ ਤੋਂ ਪਹਿਲਾਂ ਮਸ਼ੀਨ ਨੇ ਉੱਥੇ ਕਰ ਦੇਣਾ। ਜਦੋਂ ਤੱਕ ਵੋਟ ਪੈਂਦੀ ਹੈ ਉਦੋਂ ਤੁਸੀਂ ਉਹਨੂੰ ਫੜ ਨਹੀਂ ਸਕਦੇ। ਅਤੇ ਇਸ ਤਰ੍ਹਾਂ ਜੇ ਕਰਦੇ ਨੇ ਤਾਂ ਫਿਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰ੍ਹਾਂ ਦੀ ਭਾਜਪਾ ਦੀ ਪੋਲਿਸੀਜ਼ ਨੇ, ਮੈਨੂੰ ਬਹੁਤ ਪਾਸਿਓਂ ਬਤੌਰ ਕਿਸਾਨ, ਬਤੌਰ ਸਿੱਖ, ਮੈਨੂੰ ਲੱਗਦਾ ਵੀ ਇਹ ਪਾਰਟੀ ਦੇਸ਼ ਦੇ ਹਿੱਤ 'ਚ ਨਹੀਂ, ਇਹਨੂੰ ਬਦਲਣਾ ਜ਼ਰੂਰੀ ਹੈ। ਬਦਲਣ ਵਾਸਤੇ EVM ਦੇ ਖਿਲਾਫ ਲੋਕਾਂ ਨੂੰ ਲੜਾਈ ਲੜਨੀ ਪਊ। ਨਹੀਂ ਆਹ ਅੰਦੋਲਨ ਨੇ, ਠੀਕ ਹੈ ਅਸੀਂ ਮੰਨਦੇ ਹਾਂ ਵੀ ਉਹਦੇ ਹਿੰਦੂਤਵ ਏਜੰਡੇ ਨੂੰ ਠੱਲ ਪਾਈ ਹੈ, ਪਰ ਜਿਹੜਾ ਉਹਨਾਂ ਦਾ ਏਜੰਡਾ ਹੈ ਮਾਈਨੋਰਟੀਜ਼ ਵਾਸਤੇ ਕਿਸੇ ਤਰ੍ਹਾਂ ਵੀ ਫਿੱਟ ਨਹੀਂ। ਉਹ ਹਿੰਦੂ ਰਾਸ਼ਟਰ ਜਿਵੇਂ ਉਹ ਓਪਨਲੀ ਕਹਿੰਦੇ ਰਹੇ ਹੈ, ਅਤੇ ਫਿਰ ਜਿਹੜੇ ਹਿੰਦੂ ਰਾਸ਼ਟਰ ਦੇ ਵਿੱਚ ਤੁਸੀਂ ਫਿੱਟ ਨਹੀਂ ਹੁੰਦੇ, ਉਹਨਾਂ ਦਾ ਚੁੱਪ ਕਰਕੇ ਬੈਠਣਾ ਕਿੰਨਾ ਕੁ ਉਹਨਾਂ ਲਈ ਸਹਾਈ ਹੋਊਗਾ ਜਾਂ ਖਤਰੇ ਦੀ ਘੰਟੀ ਹੈ, ਇਹ ਵੀ ਤਾਂ ਸੋਚਣ ਦਾ ਮੈਨੂੰ ਪਰਸਨਲੀ ਮਹਿਸੂਸ ਹੁੰਦਾ ਹੈ ਵੀ ਇੱਦਾਂ ਦੀ ਪਾਰਟੀ ਦਾ ਰਾਜ ਨਹੀਂ ਹੋਣਾ ਚਾਹੀਦਾ। ਇਸ ਦੇਸ਼ ਵਿੱਚ ਹਰ ਧਰਮ ਦੇ ਲੋਕ ਵਸਦੇ ਨੇ, ਹਰੇਕ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਉਹਦੇ ਧਰਮ 'ਤੇ ਅਟੈਕ ਕਿਉਂ ਹੋਵੇ? ਇਸ ਕਰਕੇ ਇੱਦਾਂ ਦੀ ਪਾਰਟੀ ਜਿਹੜੀ ਕਮਿਊਨਲ ਗੱਲ ਕਰੇ ਉਹ ਦੇਸ਼ ਲਈ ਅੱਛੀ ਨਹੀਂ। ਇਸ ਕਰਕੇ ਮੈਂ ਚਾਹੁੰਦਾ ਵੀ EVM ਦੀ ਲੜਾਈ ਲੋਕਾਂ ਨੂੰ ਲੜਨੀ ਚਾਹੀਦੀ। ਅਖੀਰ ਦੇ ਵਿੱਚ ਕੀ ਅਪੀਲ ਹੋਏਗੀ ਤੁਹਾਡੇ ਵੱਲੋਂ? ਅਖੀਰ ਦੇ ਵਿੱਚ ਇਹ ਵੀ ਇਹ ਜਿਹੜਾ ਅੰਦੋਲਨ ਹੈ ਇਹ ਸਿਰਫ ਕਿਸਾਨੀ ਤੱਕ ਸੀਮਤ ਨਹੀਂ, ਸਾਰੇ ਦੇਸ਼ ਦੇ ਸਾਰੇ ਵਰਗਾਂ ਲਈ ਇੱਕ ਜਿਹੜੇ ਕਾਨੂੰਨ ਨੇ ਇਹਦੇ ਵਿਰੁੱਧ ਲੜਨਾ ਬਹੁਤ ਜ਼ਰੂਰੀ ਹੈ। ਦੇਸ਼ ਦੀ ਟੋਟਲ ਇਕੋਨਮੀ ਦਾ ਸਵਾਲ ਹੈ। ਇਕੋਨਮੀ ਸਾਡੀ ਐਗਰੋ ਬੇਸਡ ਹੈ ਅਤੇ ਇਹਨੂੰ ਦੋ ਗੱਲਾਂ ਨੇ ਸਾਨੂੰ ਇਹ ਸਮਝਣੀਆਂ ਪੈਣਗੀਆਂ। ਵੱਡਾ ਸਵਾਲ ਹੈ, ਦੁਨੀਆ ਵਿੱਚ 2 ਤਰੀਕੇ ਨੇ। ਇੱਕ ਹੈਗਾ ਕੰਸੈਪਟ ਕੈਪੀਟਲ ਇਕੋਨਮੀ ਦਾ, ਇੱਕ ਕੰਸੈਪਟ ਹੈਗਾ ਸੋਸ਼ਲਿਸਟਿਕ ਪੈਟਰਨ ਆਫ ਇਕੋਨਮੀ। ਸਾਡੇ ਦੇਸ਼ ਵਿੱਚ ਕੰਸਟੀਟਿਊਸ਼ਨ ਸਾਡਾ ਕਹਿੰਦਾ ਹੈ ਵੀ ਹੈਵ ਸੋਸ਼ਲਿਸਟਿਕ ਪੈਟਰਨ ਆਫ ਇਕੋਨਮੀ, ਅਤੇ ਸੋਸ਼ਲਿਸਟਿਕ ਪੈਟਰਨ 'ਚ ਕੋਈ ਗਰੀਬ ਨਹੀਂ ਰਹਿਣਾ ਚਾਹੀਦਾ। ਇਹ ਸੋਸ਼ਲਿਸਟਿਕ ਪੈਟਰਨ 'ਚ ਕੋਈ ਬੇਰੁਜ਼ਗਾਰ ਨਹੀਂ ਰਹਿਣਾ ਚਾਹੀਦਾ। ਸੋਸ਼ਲਿਸਟਿਕ ਪੈਟਰਨ ਦੇ ਵਿੱਚ ਸਾਰੇ ਬਰਾਬਰ ਚਾਹੀਦੇ, ਹਰੇਕ ਦੀਆਂ ਸਹੂਲਤਾਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ। ਕੈਪੀਟਲਿਸਟ ਇਕੋਨਮੀ ਦੇ ਕੰਸੈਪਟ ਵਿੱਚ ਕੁਝ ਲੋਕ ਅਮੀਰ ਹੋ ਜਾਂਦੇ ਨੇ, ਸਾਰਾ ਧਨ ਉਹਨਾਂ ਕੋਲ ਇਕੱਠਾ ਹੋ ਜਾਂਦਾ, ਬਾਕੀ ਲੋਕ ਉਹਨਾਂ ਦੇ ਮੂੰਹ ਵੱਲ ਦੇਖਦੇ ਨੇ, ਸਾਨੂੰ ਰੁਜ਼ਗਾਰ ਦੇਣਗੇ, ਮੈਂ ਆਪਣਾ ਜੀਵਨ ਠੀਕ ਜੀ ਸਕਦਾ, ਮੈਨੂੰ ਸਹੂਲਤਾਂ ਮਿਲਣਗੀਆਂ, ਉਹਦੇ ਮੂੰਹ ਵੱਲ ਦੇਖਦੇ ਨੇ। ਕੈਪੀਟਲਿਸਟ ਇਕੋਨਮੀ 'ਚ ਜਿਹੜਾ ਕਾਰਪੋਰੇਟ ਹਾਊਸਿਸ ਨੇ ਉਹ ਕਦੇ ਲੋਕਾਂ ਦੀ ਨਹੀਂ ਸੋਚਦੇ ਹੁੰਦੇ, ਉਹਨਾਂ ਦਾ ਸਿਰਫ ਨਿਸ਼ਾਨਾ ਮੁਨਾਫੇ ਦਾ ਹੁੰਦਾ ਹੈ, ਲੋਕ ਨਹੀਂ। ਲੋਕਾਂ ਦੇ ਜਿਹੜੀਆਂ ਨਾ ਇੱਛਾਵਾਂ ਉਹ ਨਹੀਂ ਉਹਨਾਂ ਦੇ ਏਜੰਡੇ 'ਤੇ ਹੁੰਦੀਆਂ। ਸੋਸ਼ਲਿਸਟਿਕ ਪੈਟਰਨ ਦੇ ਵਿੱਚ ਇਹ ਹੁੰਦਾ, ਉੱਥੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ। ਤਾਂ ਇਸ ਕਰਕੇ ਮੈਂ ਸਮਝਦਾ ਵੀ ਸਾਡੀ ਜਿਹੜੀ ਇਕੋਨਮੀ ਹੈ ਉਹ ਹੈਗੀ ਹੈ ਸੋਸ਼ਲਿਸਟਿਕ ਪੈਟਰਨ 'ਤੇ। ਬਦਕਿਸਮਤੀ ਹੈ ਵੀ 74 ਸਾਲਾਂ 'ਚ ਇਹਨੂੰ ਗਰੋ ਨਹੀਂ ਹੋਣ ਦਿੱਤਾ ਕਿਸੇ ਨੇ। ਜਿਹੜੀ ਵੀ ਪੋਲੀਟੀਕਲ ਪਾਰਟੀ ਆਈ ਉਹ ਦੇਖਦੀ ਰਹੀ ਕੈਪੀਟਲਿਸਟ ਵੱਲ। ਕੈਪੀਟਲਿਸਟ ਪੈਸਾ ਦਿੰਦਾ ਸੀ, ਇਲੈਕਸ਼ਨ ਲੜੀ, ਉਹਨਾਂ ਨੇ ਇਲੈਕਟੋਰਲ ਸਿਸਟਮ ਵਿਗਾੜਤਾ। ਪੈਸੇ ਵਾਲੇ ਇਲੈਕਸ਼ਨ ਲੜਦੇ ਨੇ, ਜਿਹਦੇ ਕੋਲ ਪੈਸਾ ਨਹੀਂ ਉਹ ਇਲੈਕਸ਼ਨ ਲੜ ਕੇ ਅੱਗੇ ਆ ਨਹੀਂ ਸਕਦਾ, ਉਹ ਸੁਧਾਰ ਕਰ ਨਹੀਂ ਸਕਦਾ। ਜਾਂ ਤਾਂ ਉਹ ਕਿਸੇ ਦੇ ਮੂਹਰੇ ਵਿਕੂ, ਫਿਰ ਉਹ ਤੋਂ ਪੈਸਾ ਲੈ ਕੇ ਇਲੈਕਸ਼ਨ ਜਿੱਤੂ, ਫਿਰ ਆਪਣੇ ਵੀ ਬਣਾਊ। ਤਾਂ ਇਸ ਤਰ੍ਹਾਂ ਦਾ ਬਹੁਤ ਕੁਝ ਹੋ ਗਿਆ, ਬਹੁਤ ਜਿਹੜਾ ਨਾ ਰਲਗੜ ਜਿਹਾ ਹੋ ਗਿਆ। ਪਰ ਹੁਣ ਅੱਜ ਦਾ ਸਮਾਂ ਮੰਗ ਕਰਦਾ ਹੈ ਵੀ ਲੋਕਾਂ ਨੂੰ ਆਪ ਬਾਹਰ ਨਿਕਲਣਾ ਪਊ ਜੇ ਫਿਊਚਰ ਇਸ ਤਰ੍ਹਾਂ ਦਾ, ਕਿਉਂਕਿ ਜਿਸ ਤਰ੍ਹਾਂ BJP ਦੀ ਅੱਜ ਕੋਈ ਓਪੋਜੀਸ਼ਨ ਹੈ ਨਹੀਂ, ਓਪੋਜੀਸ਼ਨ ਪਾਰਟੀ ਹੈ ਨਹੀਂ, ਇਹ ਹੋਰ ਵੀ ਖਤਰਨਾਕ ਦੌਰ ਹੈ। ਜਦੋਂ ਇੱਦਾਂ ਦੀ ਫਾਸਿਸਟ ਆਰਗੇਨਾਈਜੇਸ਼ਨ ਰਾਜ ਭਾਗ ਸੰਭਾਲ ਲਏ ਅਤੇ ਲੋਕਾਂ ਲਈ ਇਹ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਤੋ ਜਿਸ ਤਰ੍ਹਾਂ ਜੋ ਕੁਝ ਹੋ ਰਿਹਾ ਸਾਰੇ ਲੋਕ ਜਾਣਦੇ ਨੇ, ਪਰ ਅੱਜ ਇਸ ਅੰਦੋਲਨ ਨੇ ਲੋਕਾਂ ਨੂੰ ਸੋਚਣ ਲਾਇਆ ਅਤੇ ਮੈਂ ਉਮੀਦ ਕਰਦਾ ਵਾਹਿਗੁਰੂ ਮਿਹਰ ਕਰੂ, ਲੋਕ ਇਸੇ ਤਰ੍ਹਾਂ ਬਾਹਰ ਨਿਕਲ ਕੇ ਕਿਤੇ ਨਾ ਕਿਤੇ ਕੋਈ ਦਾ ਹੱਲ ਲੱਭ ਲੈਣਗੇ। ਸਭ ਧੰਨਵਾਦ ਤੁਹਾਡਾ ਅਤੇ ਤੁਹਾਡੀ ਫੈਮਿਲੀ ਦਾ। ਮਿਹਰਬਾਨੀ, ਬਹੁਤ ਬਹੁਤ ਤੁਹਾਡੀ। ਸੋ ਇਹ ਸਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਿਸਾਨਾਂ ਦੇ ਇਲਾਵਾ ਜਿਹੜੇ ਸਮਾਜ ਦੇ ਸਾਰੇ ਵਰਗ ਨੇ ਉਹਨਾਂ ਨੂੰ ਇਕੱਠਾ ਹੋਣਾ ਪਏਗਾ, ਤਾਂ ਹੀ ਇਸ ਲੜਾਈ ਨੂੰ ਜਿਹੜਾ ਉਹ ਜਿੱਤਿਆ ਜਾ ਸਕਦਾ ਹੈ। ਅੱਜ ਦੀ ਗੱਲਬਾਤ ਦੇ ਵਿੱਚ ਬਸ ਇੰਨਾ ਹੀ। ਮੈਨੂੰ ਆਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।